ਰਿਦ ਕਰ ਪਰਗਾਸ, ਰਿਦ ਕਰ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅਰਥ, ਉਚਾਰਨ, ਵਿਸ਼ਰਾਮ, ਪ੍ਰਮਾਣਾ ਸਾਹਿਤ ਸੁਣ ਰਹੇ ਹਾਂ। ਪਾਵਨ ਗੁਰਬਾਣੀ ਦੇ meaning, pronunciation, punctuation and with example। ਹੁਣ ਤੱਕ ਅਸੀਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ 15 ਪੌੜੀਆਂ ਸਰਵਣ ਕੀਤੀਆਂ। 15 ਪੌੜੀਆਂ ਦੇ ਅਰਥ, ਉਚਾਰਨ, ਵਿਸ਼ਰਾਮ। ਉਚਾਰਨ ਮੀਨਸ ਉਸ ਦਾ ਬੋਲਣ ਦਾ ਤਰੀਕਾ, ਬੋਲਣਾ ਕਿਵੇਂ ਹੈ, ਪ੍ਰੋਨਾਂਸੀਏਸ਼ਨ। ਐਂਡ ਵਿਸ਼ਰਾਮ ਮੀਨਸ ਪੰਕਚੁਏਸ਼ਨ। ਇਹ ਅਸੀਂ ਸਰਵਣ ਕਰ ਰਹੇ ਹਾਂ। 15 ਪੌੜੀਆਂ ਹੁਣ ਤੱਕ ਅਸੀਂ ਸਰਵਣ ਕੀਤੀਆਂ। ਹੁਣ ਆਪਾਂ 16ਵੀਂ ਪੌੜੀ ਦੇ ਅਰਥ, ਉਚਾਰਨ ਤੇ ਵਿਸ਼ਰਾਮ ਸਰਵਣ ਕਰ ਰਹੇ ਹਾਂ। ਆਪਾਂ ਵਾਰ-ਵਾਰ ਹਰ ਪੌੜੀ ਦੇ ਵਿੱਚ, ਹਰ ਪੌੜੀ ਦੇ ਅਰਥ ਵਿੱਚ, ਹਰ ਪਾਠ ਦੇ ਵਿੱਚ ਦੱਸਦੇ ਹਾਂ ਕਿ ਗੁਰਬਾਣੀ ਨੂੰ ਸਮਝਣ ਵਾਸਤੇ ਵਿਦਵਾਨ ਪੁਰਸ਼ਾਂ ਨੇ 3 ਤਰ੍ਹਾਂ ਦੇ ਵਿਸ਼ਰਾਮ ਮੰਨੇ ਆ। ਅਲਪ ਵਿਸ਼ਰਾਮ, ਅਰਧ ਵਿਸ਼ਰਾਮ, ਪੂਰਨ ਵਿਸ਼ਰਾਮ। ਇਹ 3 ਤਰ੍ਹਾਂ ਦੇ ਵਿਸ਼ਰਾਮ ਹੁੰਦੇ ਆ। ਅਲਪ ਮੀਨਸ ਏ ਸ਼ਾਰਟ ਪਾਊਜ਼ and Ardha Vishram means a slightly longer pause than Alpa Vishram, and Purna Vishram means a full stop। ਇਹ 3 ਤਰ੍ਹਾਂ ਦੇ ਵਿਸ਼ਰਾਮ ਗੁਰਬਾਣੀ ਨੂੰ ਸਮਝਣ ਵਾਸਤੇ ਵਿਦਵਾਨ ਪੁਰਸ਼ਾਂ ਨੇ ਮੰਨੇ ਆ। ਹੁਣ ਆਪਾਂ 16ਵੀਂ ਪੌੜੀ ਦੇ ਅਰਥ, ਵਿਸ਼ਰਾਮ ਤੇ ਉਚਾਰਨ ਸਰਵਣ ਕਰਦੇ ਹਾਂ। ਇਹ ਜੋ 16ਵੀਂ ਪੌੜੀ ਹੈ, ਇਸ ਦੇ ਵਿੱਚ 5 ਪ੍ਰਵਾਨ, 5 ਪ੍ਰਧਾਨ, 5 ਸ਼ਬਦ ਦੀ ਬਹੁਤ ਵਰਤੋਂ ਕੀਤੀ ਗਈ ਹੈ। ਸੋ ਉਂਝ ਤਾਂ ਆਪਾਂ 5 ਦੇ ਅਰਥ ਗਿਣਤੀ ਦੇ ਮੁਤਾਬਕ 5 ਕਰਦੇ ਹਾਂ, ਪਰ ਇੱਥੇ ਜਪਜੀ ਸਾਹਿਬ ਜੀ ਦੀ ਇਸ ਪੌੜੀ ਦੇ ਵਿੱਚ 5 ਦਾ ਅਰਥ ਗੁਰਮੁਖ ਕੀਤਾ ਗਿਆ। ਉਂਝ ਵੀ ਪ੍ਰਾਚੀਨ ਰੀਤੀ ਅਨੁਸਾਰ 5 ਪੰਚਾਇਤ, ਮੁਖੀ ਬੰਦੇ, ਪ੍ਰਧਾਨ ਬੰਦੇ, ਮੁਖੀ ਬੰਦੇ। ਸੋ ਇਸ ਤਰ੍ਹਾਂ ਇੱਥੇ 5 ਦਾ ਅਰਥ ਗੁਰਮੁਖ ਕੀਤਾ ਇਸ ਪੌੜੀ ਦੇ ਵਿੱਚ। ਸੋ ਆਓ ਆਪਾਂ ਸ਼ੁਰੂ ਕਰੀਏ। 5 ਪ੍ਰਵਾਨ, 5 ਪ੍ਰਧਾਨ। ਇੱਥੇ ਜੋ ਇਸ ਪੰਕਤੀ ਵਿੱਚ ਇੱਕੋ ਹੀ ਵਿਸ਼ਰਾਮ ਹੈ। 5 ਪ੍ਰਵਾਨ, ਵਿਸ਼ਰਾਮ, 5 ਪ੍ਰਧਾਨ, ਇੱਕੋ ਹੀ ਵਿਸ਼ਰਾਮ ਹੈ ਪ੍ਰਵਾਨ ਤੇ। 5 ਪ੍ਰਵਾਨ, 5 ਪ੍ਰਧਾਨ। ਸੋ ਇਸ ਦਾ ਅਰਥ ਹੈ, 5 ਦਾ ਅਰਥ ਹੈ ਗੁਰਮੁਖ। ਗੁਰੂ ਜੀ ਬਚਨ ਕਰਦੇ ਹਨ ਕਿ ਵਾਹਿਗੁਰੂ ਦੀ ਸੱਚੀ ਦਰਗਾਹ ਦੇ ਵਿੱਚ ਗੁਰਮੁਖ ਤੇ ਨਾਮ ਰਸੀਏ ਹੀ ਕਬੂਲ ਹਨ। 5 ਪ੍ਰਵਾਨ ਮੀਨਸ ਕਬੂਲ, ਅਤੇ ਉਹੀ ਪਰਮੇਸ਼ਰ ਦੇ ਮੁਖੀਏ ਹਨ। ਪ੍ਰਧਾਨ ਮੀਨਸ ਮੁਖੀਏ। ਜਿਹੜੇ ਗੁਰਮੁਖ ਹਨ ਉਹੀ ਦਰਗਾਹ ਦੇ ਵਿੱਚ ਪ੍ਰਵਾਨ ਹਨ। ਨਾਮ ਰਸੀਏ, ਨਾਮ ਜਪਣ ਵਾਲੇ ਗੁਰਮੁਖ ਹੀ ਦਰਗਾਹ ਵਿੱਚ ਪ੍ਰਵਾਨ ਹਨ, ਤੇ ਉਹ ਗੁਰਮੁਖ ਹੀ ਪਰਮੇਸ਼ਰ ਦੇ ਮੁਖੀਏ ਹਨ, ਪ੍ਰਧਾਨ ਹਨ। 5 ਪ੍ਰਧਾਨ ਮੁਖੀਏ, 5 ਪ੍ਰਵਾਨ ਕਬੂਲ। ਠੀਕ ਹੈ। ਸੋ ਜਿਸ ਤਰ੍ਹਾਂ ਰੱਬ ਦੀ ਦਰਗਾਹ ਦੇ ਵਿੱਚ ਜਾਂ ਰੱਬ ਦੀ ਦੁਨੀਆ ਦੇ ਵਿੱਚ, ਧਰਮ ਦੀ ਦੁਨੀਆ ਦੇ ਵਿੱਚ ਗੁਰਮੁਖ ਹੀ ਪ੍ਰਧਾਨ ਹਨ,
ਅਸੀਂ ਆਪਣੀਆਂ ਦੁੱਖ ਤਕਲੀਫਾਂ ਵੀ ਗੁਰਮੁਖਾਂ ਨਾਮ ਜਪਣ ਵਾਲਿਆਂ ਕੋਲੇ ਜਾ ਕੇ ਦੱਸਦੇ ਹਾਂ ਤੇ ਉਹ ਫਿਰ ਅਰਦਾਸ ਬੇਨਤੀ ਕਰਦੇ ਆ। ਪਰਮਾਤਮਾ ਉਹਨਾਂ ਦੀ ਗੱਲ ਮੰਨ ਕੇ ਸਾਡੀ ਤਕਲੀਫ ਦੂਰ ਕਰ ਦਿੰਦਾ ਹੈ। ਇਸ ਕਰਕੇ ਉਹ ਮੁਖੀਏ ਆ। ਕਿਸੇ ਵੀ ਮਿਨਿਸਟਰ ਦੇ ਮੁਖੀਏ ਨੂੰ, ਸੈਕਟਰੀ ਨੂੰ, ਸਕੱਤਰ ਨੂੰ ਜਾ ਕੇ ਮਿਲਣਾ ਪੈਂਦਾ, ਫਿਰ ਸਾਡਾ ਕੰਮ ਜਲਦੀ ਹੋ ਜਾਂਦਾ। ਇਸੇ ਤਰ੍ਹਾਂ ਇਹ ਮੁਖੀ ਹਨ ਪਰਮੇਸ਼ਰ ਦੇ। ਦੈਨ ਪੰਚੇ ਪਾਵਹਿ ਦਰਗਹਿ ਮਾਨ। ਹੁਣ ਇੱਕੋ ਹੀ ਵਿਸ਼ਰਾਮ ਹੈ ਇੱਥੇ ਪਾਵਹਿ ਤੇ। ਹੁਣ ਇਹਦਾ ਜਿਹੜਾ ਉਚਾਰਨ ਅਸੀਂ ਇਸ ਤਰ੍ਹਾਂ ਕਰਦੇ ਹਾਂ, ਪੰਚੇ ਪਾਵਹਿ ਦਰਗਹਿ ਮਾਨ, ਰੋਂਗ ਉਚਾਰਨ ਹੈ ਇਹਦਾ। ਹਾਹੀ ਸੈਰੀ ਹੇ ਪਾਵਹਿ ਦਰਗਹਿ, ਹਾਹੇ ਸੈਰੀ ਦਰਗਹਿ, ਇਸ ਤਰ੍ਹਾਂ ਬੋਲਣਾ। ਦਰਗਹਿ ਨਹੀਂ ਬੋਲਣਾ, ਪਾਵਹਿ ਨਹੀਂ ਬੋਲਣਾ, ਕਿਉਂਕਿ ਵਾਰ-ਵਾਰ ਆਪਾਂ ਤਾਂ ਦੱਸ ਰਹੇ ਹਾਂ ਵੀ ਜਿਹੜੀ ਸਿਹਾਰੀ ਹੈ ਉਹ ਹਮੇਸ਼ਾ ਹੀ ਇੱਕ ਲਾਂ ਦੀ ਆਵਾਜ਼ ਦਿੰਦੀ ਹੈ। ਜਿਵੇਂ ਚ ਚਾ ਚ ਚੇ ਚੇ ਚ ਚੇ ਚੁ ਚੂ ਚੇ ਚੈ ਚੇ ਚੀ ਚੇ ਚੀ, ਹੈ ਨਾ। ਹ ਹੇ ਹੂ ਹੂ, ਹੇ ਹੈ, ਹੇ ਹੀ, ਹੇ ਸਿਹਾਰੀ ਬਿਹਾਰੀ ਹੀ। ਜਿਹੜੀ ਬਿਹਾਰੀ ਆ ਉਹ ਡਬਲ ਈ ਦੀ ਸਾਊਂਡ ਦਿੰਦੀ, ਹੀ ਲੌਂਗ ਸਾਊਂਡ ਹੁੰਦੀ ਆ ਉਹਦੀ। ਜਿਹੜੀ ਸਿਹਾਰੀ ਹੁੰਦੀ ਸ਼ਾਰਟ ਸਾਊਂਡ ਹੁੰਦੀ ਆ ਉਹਦੀ, ਹੇ ਹੇ, ਇਸ ਤਰ੍ਹਾਂ ਸ਼ਾਰਟ ਸਾਊਂਡ। ਸਿਹਾਰੀ ਸ਼ਾਰਟ ਸਾਊਂਡ ਦਿੰਦੀ ਹੈ, ਲਾਂ ਦੀ ਦਿੰਦੀ ਹੈ, ਤੇ ਬਿਹਾਰੀ ਡਬਲ ਈ ਦੀ ਸਾਊਂਡ ਦਿੰਦੀ ਆ। ਸੋ ਹਮੇਸ਼ਾ ਯਾਦ ਰੱਖਣਾ, ਪਾਵਹਿ ਬੋਲਣਾ, ਪਾਵਹਿ ਦਰਗਹਿ, ਇਸ ਤਰ੍ਹਾਂ ਉਚਾਰਨ ਕਰਨਾ। ਪੰਚੇ ਪਾਵਹਿ ਵਿਸ਼ਰਾਮ, ਦਰਗਹਿ ਮਾਨ, ਇਸ ਤਰ੍ਹਾਂ ਉਚਾਰਨ ਕਰਨਾ ਇਹਦਾ। ਇਸ ਦਾ ਅਰਥ ਹੈ ਕਿ ਨਾਮ ਰਸੀਏ ਗੁਰਮੁਖ ਹੀ ਵਾਹਿਗੁਰੂ ਦੀ ਦਰਗਾਹ ਵਿੱਚ ਮਾਨ ਸਨਮਾਨ ਪਾਉਂਦੇ ਹਨ। ਦਰਗਹਿ ਮਤਲਬ ਦਰਗਾਹ, ਸੱਚਖੰਡ। ਮਾਨ ਮਤਲਬ ਮਾਣ, ਇੱਜ਼ਤ, ਸਨਮਾਨ ਪਾਉਣਾ। ਪੰਚੇ ਮਤਲਬ ਗੁਰਮੁਖ। ਨਾਮ ਰਸੀਏ ਗੁਰਮੁਖ ਹੀ ਦਰਗਾਹ ਵਿੱਚ ਮਾਣ ਸਨਮਾਨ ਪਾਉਂਦੇ ਹਨ। ਦੈਨ ਪੰਚੇ ਸੋਹੇ ਦਰ ਰਾਜਾਨ। ਹੁਣ ਇੱਥੇ ਵੀ ਇੱਕੋ ਹੀ ਵਿਸ਼ਰਾਮ ਹੈ, ਤਕਰੀਬਨ ਇੱਕੋ ਹੀ ਵਿਸ਼ਰਾਮ ਹੋਊਗਾ। ਛੋਟੀਆਂ ਹੈ, ਪੌੜੀ ਵੱਡੀ ਹੈ, ਪਰ ਪੰਗਤੀਆਂ ਛੋਟੀਆਂ ਛੋਟੀਆਂ। ਪੰਚੇ ਸੋਹੇ ਤੇ ਵਿਸ਼ਰਾਮ, ਫਿਰ ਦਰ ਰਾਜਾਨ। ਪੰਚੇ ਸੋਹੇ ਵਿਸ਼ਰਾਮ, ਦਰ ਰਾਜਾਨ। ਹੁਣ ਇੱਥੇ ਸਾਡੇ ਕੋਲੋਂ ਗਲਤੀ ਹੁੰਦੀ ਹੈ, ਉਚਾਰਨ ਦੇ ਵਿੱਚ ਮਿਸਟੇਕ ਕਰਦੇ ਹਾਂ ਅਸੀਂ। ਇੱਕ ਕਿੱਥੇ ਕਰਦੇ, ਇੱਕ ਤਾਂ ਸੋਹੇ ਦਾ ਗਲਤ ਉਚਾਰਨ ਕਰਦੇ ਹਾਂ, ਇੱਕ ਅਸੀਂ ਰਾਜਾਨ ਦਾ ਗਲਤ ਉਚਾਰਨ ਕਰਦੇ ਹਾਂ। ਅਸੀਂ ਬੋਲਦੇ ਹਾਂ ਦਰ ਰਜਾਨ, ਰਾਰੇ ਨੂੰ ਕਰਨਾ ਲੱਗਿਆ, ਇਹਦੀ ਲੌਂਗ ਸਾਊਂਡ ਕਰਨੀ, ਰਾਜਾਨ, ਦਰ ਰਾਜਾਨ, ਐ ਬੋਲਣਾ। ਜਿਹੜਾ ਪੰਚੇ ਸੋਹੇ ਬੋਲਦੇ ਹਾਂ ਅਸੀਂ ਬੋਲਦੇ ਪੰਚੇ ਸੋਹੇ ਦਰ ਰਾਜਾਨ। ਸੋਹੇ ਕਹਿੰਦੇ ਆ, ਸੱਸੇ ਹੋੜਾ ਹਾਹੇ ਨੂੰ ਲਾ ਦਿੰਦੇ ਆ, ਤੇ ਜਿਹੜਾ ਇੱਥੇ ਦੋ ਹਾਹੇ ਲੱਗੇ ਉਹ ਦੂਜੇ ਹਾਹੇ ਨੂੰ ਛੱਡ ਹੀ ਜਾਂਦੇ ਆ ਅਸੀਂ। ਸੱਸੇ ਹੋੜਾ ਹਾਹਾ, ਫਿਰ ਹਾਹੇ ਨੂੰ ਸਿਹਾਰੀ। ਸੋਹੇ ਸੋਹੇ ਸੋਹੇ, ਐ ਬੋਲਣਾ। ਪੰਚੇ ਸੋਹੇ, ਪੰਚੇ ਸੋਹੇ, ਪੰਚੇ ਸੋਹੇ, ਪੰਚੇ ਸੋਹੇ, ਐ ਬੋਲਣਾ। ਸੋਹੇ ਨਹੀਂ ਬੋਲਣਾ, ਇਸ ਤਰ੍ਹਾਂ ਉਚਾਰਨ ਕਰਨਾ। ਪੰਚੇ ਸੋਹੇ ਦਰ ਰਾਜਾਨ, ਇਸ ਤਰ੍ਹਾਂ ਉਚਾਰਨ ਕਰਨਾ ਇਹਦਾ। ਇਸ ਦਾ ਅਰਥ ਹੈ ਵੀ ਨਾਮ ਰਸੀਏ ਗੁਰਮੁਖ ਸੰਤ ਭਗਤ ਹੀ ਰਾਜੇ ਮਹਾਰਾਜਾਂ ਦੇ ਦਰਬਾਰ ਵਿੱਚ ਸ਼ੋਭਾ ਪਾਉਂਦੇ ਹਨ। ਨਾਮ ਰਸੀਏ ਗੁਰਮੁਖ ਹੀ, ਨਾਮ ਰਸੀਏ ਗੁਰਮੁਖ ਸੰਤ ਭਗਤ ਹੀ ਰਾਜੇ ਮਹਾਰਾਜਾਂ ਦੇ ਦਰਬਾਰ ਵਿੱਚ ਸ਼ੋਭਾ ਪਾਉਂਦੇ। ਸੋਹੇ ਦਾ ਮਤਲਬ ਹੁੰਦਾ ਸ਼ੋਭਾ ਪਾਉਣਾ, ਚੰਗੇ ਲੱਗਣਾ, ਇੱਜ਼ਤ ਮਾਨ ਪਾਉਣਾ, ਸੁਹਾਵਣੇ ਲੱਗਣਾ, ਸੋਹਣੇ ਲੱਗਣਾ।
ਦਰ ਰਾਜਾਨ, ਰਾਜਾਂ ਦੇ ਦਰਬਾਰ ਵਿੱਚ। ਕਦੇ ਵੀ ਤੁਸੀਂ ਪੁਰਾਣੀਆਂ ਕਥਾ ਕਹਾਣੀਆਂ ਸੁਣਦੇ ਆਪਾਂ ਵੀ ਇੱਕ ਸੰਤ ਰਾਜੇ ਦੇ ਦਰਬਾਰ ਵਿੱਚ ਗਿਆ ਤਾਂ ਰਾਜਾ ਉਸ ਨੂੰ ਖੜਾ ਹੋ ਕੇ ਮਿਲਿਆ, ਹੈ ਨਾ। ਜਾਂ ਅਸੀਂ ਜਾਣਦੇ ਹਾਂ ਵੀ ਕੋਈ ਵੀ ਚੰਗਾ ਪੁਰਸ਼ ਸੰਤ ਮਹਾਂਪੁਰਖ ਜਦੋਂ ਰਾਜੇ ਮਹਾਰਾਜਿਆਂ ਦੇ ਦਰਬਾਰ ਵਿੱਚ ਜਾਂਦਾ ਤੇ ਰਾਜਾ ਉਹਨਾਂ ਦਾ ਖੜਾ ਹੋ ਕੇ ਸਤਿਕਾਰ ਕਰਦਾ। ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਜਦੋਂ ਕੋਈ ਪੂਰਨ ਗੁਰਸਿੱਖ ਜਾਂਦਾ ਸੀ ਨਾ, ਨਾਮ ਰਸੀਆ, ਤਾਂ ਮਹਾਰਾਜਾ ਆਪਣੇ ਦਰਬਾਰ ਦੇ ਵਿੱਚ ਉਸ ਦਾ ਖੜੇ ਹੋ ਕੇ ਸਤਿਕਾਰ ਕਰਦੇ ਸਨ। ਇਸ ਤਰ੍ਹਾਂ ਸਾਰੇ ਰਾਜੇ ਸੰਤਾਂ ਮਹਾਂਪੁਰਖਾਂ ਦਾ ਸਤਿਕਾਰ ਕਰਦੇ ਹੁੰਦੇ ਆ। ਪੁਰਾਣੀਆਂ ਕਥਾ ਕਹਾਣੀਆਂ ਵਿੱਚ ਸਾਨੂੰ ਬਹੁਤ ਸਾਰੀਆਂ ਐਗਜ਼ਾਮਪਲਸ ਮਿਲ ਜਾਣੀਆਂ। ਦੈਨ ਪੰਚਾ ਕਾ ਗੁਰ ਏਕ ਧਿਆਨ, ਇੱਥੇ ਪੰਚਾ ਕਾ ਤੇ ਵਿਸ਼ਰਾਮ ਆਊਗਾ, ਇੱਕੋ ਹੀ ਵਿਸ਼ਰਾਮ। ਪੰਚਾ ਕਾ ਗੁਰ ਏਕ ਧਿਆਨ, ਇਹਦਾ ਉਚਾਰਨ ਤਕਰੀਬ ਅਸੀਂ ਸਾਰੇ ਇੱਕੋ ਜਿਹਾ ਠੀਕ ਕਰਦੇ ਹਾਂ, ਇੱਕੋ ਜਿਹਾ ਅਤੇ ਠੀਕ ਕਰਦੇ ਹਾਂ। ਤੇ ਵਿਸ਼ਰਾਮ ਮੀਨਸ ਪਾਉਜ਼, ਥੋੜਾ ਜਿਹਾ ਸਟਾਪ ਹੋਣਾ। ਤਾਂ ਇਸ ਪੰਕਤੀ ਦਾ ਅਰਥ ਹੈ ਪੰਚਾ ਕਾ ਗੁਰ ਏਕ ਧਿਆਨ, ਮਤਲਬ ਉਹਨਾਂ ਗੁਰਮੁਖਾਂ ਸੰਤਾਂ ਦਾ ਹਮੇਸ਼ਾ ਇੱਕ ਵਾਹਿਗੁਰੂ ਵਿੱਚ ਹੀ ਧਿਆਨ ਲੀਨ ਰਹਿੰਦਾ ਹੈ। ਜਿਹੜੇ ਸੰਸਾਰ ਤੇ ਸ਼ੋਭਾ ਪਾਉਂਦੇ ਆ, ਜਿਹੜੇ ਨਾਮ ਜਪਦੇ ਆ, ਜਿਹੜੇ ਪਰਮਾਤਮਾ ਦੇ ਪ੍ਰਧਾਨ ਤੇ ਮੁਖੀ ਹਨ, ਜਿਹੜੇ ਦਰਗਾਹ ਦੇ ਵਿੱਚ ਪ੍ਰਵਾਨ ਹਨ, ਉਹਨਾਂ ਸੰਤਾਂ ਮਹਾਂਪੁਰਖਾਂ ਦਾ ਹਮੇਸ਼ਾ ਇੱਕ ਵਾਹਿਗੁਰੂ ਵਿੱਚ ਹੀ ਧਿਆਨ ਰਹਿੰਦਾ ਹੈ। ਅੱਗੇ ਜੇ ਕੋ ਕਹਿ ਕਰੈ ਵਿਚਾਰ, ਕਹਿ ਤੇ ਵਿਸ਼ਰਾਮ ਆਊਗਾ। ਜੇ ਕੋ ਕਹਿ ਵਿਸ਼ਰਾਮ, ਕਰੈ ਵਿਚਾਰ, ਇਸ ਤਰ੍ਹਾਂ ਇਸ ਤਰ੍ਹਾਂ ਉਚਾਰਨ ਕਰਨਾ। ਜੇ ਕੋ ਕਹਿ ਕਰੈ ਵਿਚਾਰ, ਵਾਵੇ ਨੂੰ ਵਿਹਾਰੀ ਲੱਗੀ, ਵਿਚਾਰ ਬੋਲਣਾ, ਕਰੈ ਵਿਚਾਰ ਨਹੀਂ ਕਹਿਣਾ। ਜੇ ਕੋ ਕਹਿ ਕਰੈ ਵਿਚਾਰ, ਵਿਚਾਰ ਰੋਂਗ ਪ੍ਰੋਨਾਂਸੀਏਸ਼ਨ ਹੈ, ਰੋਂਗ ਉਚਾਰਨ ਹੈ, ਇਸ ਦਾ ਗਲਤ ਉਚਾਰਨ ਹੈ। ਵਿਚਾਰ ਐ ਬੋਲਾਂਗੇ ਆਪਾਂ। ਜੇ ਕੋ ਕਹਿ ਕਰੈ ਵਿਚਾਰ, ਇਸ ਤਰ੍ਹਾਂ ਬੋਲਣਾ, ਜਿਸ ਦਾ ਅਰਥ ਹੈ ਕਿ ਜੇ ਕੋਈ ਵਾਹਿਗੁਰੂ ਦੇ ਕੰਮਾਂ ਦੀ ਬਹੁਤ ਡੂੰਘੀ ਵਿਚਾਰ ਕਰੇ, ਕਰੈ ਵਿਚਾਰ, ਜੇ ਕੋਈ ਪਰਮਾਤਮਾ ਦੇ ਨਾਮ ਦੀ ਬਹੁਤ ਡੂੰਘੀ ਵਿਚਾਰ ਕਰੇ, ਵਾਹਿਗੁਰੂ ਦੇ ਕੰਮਾਂ ਦੀ, ਤਾਂ ਫਿਰ ਕੀ ਹੁੰਦਾ? ਗੁਰੂ ਜੀ ਕਹਿੰਦੇ ਕਰਤੇ ਕੈ ਕਰਣੈ ਨਾਹੀ ਸੁਮਾਰ। ਇੱਥੇ ਕਰਨਾ ਤੇ ਵਿਸ਼ਰਾਮ ਹੈ। ਕਰਤੇ ਕੈ ਕਰਣੈ ਵਿਸ਼ਰਾਮ, ਨਾਹੀ ਸੁਮਾਰ, ਇਸ ਤਰ੍ਹਾਂ ਇਹਦਾ ਵਿਸ਼ਰਾਮ ਲੱਗਣਾ। ਪਰ ਇੱਥੇ ਅਸੀਂ ਥੋੜਾ ਜਿਹਾ ਉਚਾਰਨ ਗਲਤ ਕਰ ਜਾਂਦੇ ਹਾਂ। ਕਰਤੇ ਕੈ ਕਰਣੇ ਨਾਹੀ ਵਿਚਾਰ, ਨਹੀਂ ਵਿਚਾਰ, ਨਹੀਂ ਸੁਮਾਰ, ਨਹੀਂ ਸੁਮਾਰ। ਨੰਨੇ ਨੂੰ ਕੰਨਾ ਅਸੀਂ ਨਹੀਂ ਬੋਲਦੇ, ਕੰਨਾ ਲਾ ਕੇ ਬੋਲਣਾ, ਨਾਹੀ ਸੁਮਾਰ। ਫਿਰ ਕਰਤੇ ਕੈ ਕਰਣਾ ਐ ਬੋਲਣਾ, ਕਰਤੇ ਕੈ ਕਰਨਾ। ਕੱਕੇ ਨੂੰ ਦੋ ਲਾਵਾਂ ਲੱਗੀਆਂ ਕੈ ਬੋਲਾਂਗੇ, ਨਾਣੇ ਨੂੰ ਦੋ ਲਾਵਾਂ ਲੱਗੀਆਂ ਕਰਨਾ ਬੋਲਾਂਗੇ। ਕਰਤੇ ਕੀ ਕਰਨੇ ਨਹੀਂ ਸੁਮਾਰ, ਐ ਨਹੀਂ ਬੋਲਣਾ, ਰੋਂਗ ਉਚਾਰਨ ਹੈ ਇਹਦਾ। ਕਰਤੇ ਕੈ ਕਰਨਾ, ਕਰਤੇ ਕੈ ਕਰਨਾ, ਕਰਤੇ ਕੈ ਕਰਨਾ, ਨਾਹੀ ਸੁਮਾਰ, ਇਸ ਤਰ੍ਹਾਂ ਉਚਾਰਨ ਕਰਨਾ। ਤਾਂ ਗੁਰੂ ਜੀ ਕਹਿੰਦੇ ਹਨ, ਭਾਈ ਜੇ ਕੋਈ ਵਾਹਿਗੁਰੂ ਦੇ ਕੰਮਾਂ ਦੀ ਡੂੰਘੀ ਵਿਚਾਰ ਕਰਦਾ ਹੈ ਤਾਂ ਕਰਨਹਾਰ ਕਰਤਾਰ ਦੇ ਕੀਤੇ ਹੋਏ ਕੰਮਾਂ ਦੀ, ਕਰਤੇ ਕੈ ਕਰਨਾ, ਕਰਤੇ ਮਤਲਬ ਕਰਨਹਾਰ, ਕਰਤਾਰ ਪਰਮੇਸ਼ਰ ਦੇ ਕੀਤੇ ਹੋਏ, ਕੈ ਕਰਨਾ ਦੇ ਕੀਤੇ ਹੋਏ ਕੰਮਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਨਾ ਹੀ ਸੁਮਾਰ, ਸੁਮਾਰ ਮਤਲਬ ਬੇਸ਼ੁਮਾਰ, ਗਿਣਤੀ ਤੋਂ ਬਾਹਰ, ਉਹਦੀ ਗਿਣਤੀ ਨਹੀਂ ਕਰ ਸਕਦੇ ਅਸੀਂ। ਪਰਮਾਤਮਾ ਦੇ ਕੀਤੇ ਹੋਏ ਕੰਮਾਂ ਦੀ ਅਸੀਂ ਗਿਣਤੀ ਨਹੀਂ ਕਰ ਸਕਦੇ, ਗਿਣਤੀ ਨਹੀਂ ਕੀਤੀ ਜਾ ਸਕਦੀ। ਧੌਲ ਧਰਮ ਦਇਆ ਕਾ ਪੂਤ, ਧਰਮ ਤੇ ਵਿਸ਼ਰਾਮ ਇੱਕੋ ਹੀ ਵਿਸ਼ਰਾਮ ਆਊਗਾ। ਧਰਮ, ਧੌਲ ਧਰਮ ਵਿਸ਼ਰਾਮ, ਦਇਆ ਕਾ ਪੂਤ। ਠੀਕ ਹੈ, ਇੱਥੇ ਸਾਡੇ ਕੋਲ ਥੋੜੀ ਜਿਹੀ ਗਲਤੀ ਹੁੰਦੀ ਆ, ਇਹਨੂੰ ਬੋਲਦੇ ਆ ਦਇਆ ਕਾ ਪੂਤ, ਦਇਆ ਕਾ ਪੂਤ, ਦਇਆ, ਦਇਆ ਬੋਲਦੇ ਆ, ਦੱਦੇ ਸਿਆਰੀ ਐੜੇ ਕੰਨਾ ਦਿਆ।
ਪਰ ਇੱਥੇ ਲਿਖਿਆ ਦੱਦਾ ਈੜੀ ਸਿਹਾਰੀ ਐੜੇ ਕੰਨਾ ਦਇਆ। ਇਹਨੂੰ ਬੋਲਣਾ ਕਿਵੇਂ ਬੋਲਣਾ? ਦਇਆ 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 ਦਇਆ, ਐਂ ਬੋਲਣਾ। ਧੌਲ ਧਰਮ ਦਇਆ ਕਾ ਪੂਤ। ਇਸ ਦਾ ਅਰਥ ਇਹ ਹੈ ਕਿ ਧਰਤੀ ਹੇਠਲਾ ਧੌਲ, ਧੌਲ ਮਤਲਬ ਬਲਦ, ਧਰਤੀ ਹੇਠਲਾ ਬਲਦ ਜਾਂ ਬੈਲ ਅਸਲ ਵਿੱਚ ਧਰਮ ਹੈ। ਗੁਰੂ ਜੀ ਕਹਿੰਦੇ ਵੀ ਧਰਤੀ ਵੀ ਜਿਹੜਾ ਬਲਦ ਕਹਿੰਦੇ ਹਾਂ ਅਸੀਂ, ਅਸਲ ਵਿੱਚ ਉਹ ਧਰਮ ਹੈ, ਅਤੇ ਧਰਤੀ ਧਰਮ ਦੇ ਆਸਰੇ ਖੜੀ ਹੈ, ਅਤੇ ਧਰਮ ਦਇਆ ਦਾ ਪੁੱਤਰ ਹੈ। ਦਇਆ ਕਾ ਪੂਤ, ਜਿਹੜਾ ਧਰਮ ਹੈ ਉਹ ਦਇਆ ਦਾ ਪੁੱਤਰ ਹੈ, ਤੇ ਜਿਹੜੀ ਧਰਤੀ ਹੈ ਉਹ ਧਰਮ ਦੇ ਆਸਰੇ ਖੜੀ ਹੈ, ਜਿਸ ਨੂੰ ਅਸੀਂ ਧੌਲ ਕਹਿੰਦੇ ਹਾਂ। ਬਹੁਤ ਲੋਕ ਕਹਿੰਦੇ ਧਰਤੀ ਥੱਲੇ ਬਲਦ ਖੜਾ ਹੋਇਆ, ਉਸਨੇ ਧਰਤੀ ਸਿੰਘਾਂ ਤੇ ਚੁੱਕੀ ਹੋਈ ਹੈ, ਪਰ ਗੁਰੂ ਸਾਹਿਬ ਜੀ ਕਹਿੰਦੇ ਕੋਈ ਬਲਦ ਨਹੀਂ ਹੈ, ਕਿਸੇ ਨੇ ਸਿੰਘਾਂ ਤੇ ਨਹੀਂ ਚੁੱਕੀ, ਧਰਤੀ ਧਰਮ ਦੇ ਆਸਰੇ ਖੜੀ ਹੋਈ ਹੈ, ਤੇ ਉਹ ਜਿਹੜਾ ਧੌਲ ਅਸੀਂ ਕਹਿੰਦੇ ਉਹ ਧਰਮ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ, ਗੁਰੂ ਨਾਨਕ ਦੇਵ ਜੀ ਨੇ ਕਾਲਪਨਿਕ ਬਲਦ ਨੂੰ ਧਰਮ ਜਾਂ ਵਿਸ਼ਵਾਸ ਦਾ ਮੂਲ ਮੰਨਿਆ, ਜਿਸ ਨੂੰ ਲੋਕ ਕਹਿੰਦੇ ਧਰਤੀ ਥੱਲੇ ਬਲਦ ਹੈ ਖੜਾ, ਤੇ ਉਸਨੇ ਧਰਤੀ ਆਪਣੇ ਸਿੰਘਾਂ ਤੇ ਚੁੱਕੀ ਹੋਈ ਹੈ। ਪਰ ਗੁਰੂ ਨਾਨਕ ਦੇਵ ਜੀ ਕਹਿੰਦੇ ਇਹ ਜਿਹੜਾ ਕਾਲਪਨਿਕ ਬਲਦ ਅਸੀਂ ਕਹਿੰਦੇ ਬੈਲ ਕਹਿੰਦੇ ਹਾਂ, ਤਾਂ ਇਹ ਧਰਮ ਜਾਂ ਵਿਸ਼ਵਾਸ ਦਾ ਮੂਲ ਹੈ, ਇਹ ਧਰਮ ਹੈ। ਗੁਰੂ ਜੀ ਕਹਿੰਦੇ ਹਨ ਧਰਮ ਦੀ ਸ਼ੁਰੂਆਤ ਦਇਆ ਤੋਂ ਹੁੰਦੀ ਹੈ, ਇਨਸਾਨ ਅੰਦਰ ਦਇਆ ਹੋਣੀ ਚਾਹੀਦੀ ਹੈ, ਉਸ ਤੋਂ ਬਾਅਦ ਹੀ ਧਰਮ ਦਾ ਮਾਰਗ ਸ਼ੁਰੂ ਹੁੰਦਾ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਗੁਰੂ ਜੀ ਕਹਿੰਦੇ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕਿਹੜੇ ਧਰਮ ਕੋਲ ਕਿਹੜਾ ਮਹੱਤਵਪੂਰਨ ਉਪਦੇਸ਼ ਹੈ। ਬਸ ਜੋ ਉਪਦੇਸ਼ ਕਿਸੇ ਦੇ ਅੰਦਰ ਵਿਕਸਿਤ ਹੋ ਜਾਏ ਉਹ ਹੀ ਸੱਚ ਹੈ, ਅਤੇ ਉਹ ਹੀ ਦਇਆ ਤੇ ਧਰਮ ਹੈ। ਦਇਆ ਤੇ ਪ੍ਰੇਮ ਤੋਂ ਬਿਨਾਂ ਉਪਦੇਸ਼ ਪਖੰਡ ਬਣ ਜਾਂਦਾ ਹੈ। ਜਦ ਤੱਕ ਮਨੁੱਖ ਜੀਵਾਂ ਉੱਪਰ ਦਇਆ ਕਰਦਾ ਰਹਿੰਦਾ ਹੈ, ਧਰਮ ਬਣਿਆ ਰਹਿੰਦਾ ਹੈ। ਜਿੱਥੇ ਮਨੁੱਖ ਜੀਵਾਂ ਉੱਪਰ ਦਇਆ ਨਾ ਕਰਕੇ ਜ਼ੁਲਮ ਕਰਦਾ ਹੈ, ਉਸ ਧਰਤੀ ਉੱਤੋਂ ਧਰਮ ਨਸ਼ਟ ਹੋ ਜਾਂਦਾ ਹੈ, ਲੱਖਾਂ ਲੋਕਾਂ ਨੂੰ ਤਬਾਹ ਕਰ ਦਿੰਦਾ ਹੈ। ਜਿਵੇਂ ਪਿਛਲੇ ਦਿਨੀ ਨੇਪਾਲ ਵਿੱਚ ਦੇਵਤਿਆਂ ਨੂੰ ਖੁਸ਼ ਕਰਨ ਲਈ ਉਹਨਾਂ ਦੀ ਪੂਜਾ ਵਾਸਤੇ 8000 ਗਊਆਂ ਦਾ ਇੱਕੋ ਸਮੇਂ ਕਤਲ ਕੀਤਾ ਗਿਆ ਸੀ। ਤਾਂ ਕੁਝ ਦਿਨਾਂ ਬਾਅਦ ਹੀ ਨੇਪਾਲ ਦੇ ਵਿੱਚ ਬਹੁਤ ਭਾਰੀ ਭੂਚਾਲ ਆਇਆ, ਅਰਥਕੁਇਕ, ਬਹੁਤ ਭਾਰੀ ਭੂਚਾਲ ਆਇਆ, ਜਿਸ ਨਾਲ ਕਈ ਹਜ਼ਾਰ ਲੋਕ ਆਪਣੇ ਹੀ ਮਕਾਨਾਂ ਥੱਲੇ ਆ ਕੇ ਮਰ ਗਏ। ਸੋ ਇੱਕ ਐਗਜ਼ਾਮਪਲ ਹੈ। ਗੁਰੂ ਜੀ ਕਹਿੰਦੇ ਹਨ ਕਿ ਜਦੋਂ ਤੱਕ ਮਨੁੱਖ ਜੀਵਾਂ ਦੇ ਉੱਪਰ ਦਇਆ ਕਰਦਾ ਰਹਿੰਦਾ ਤਾਂ ਧਰਮ ਬਣਿਆ ਰਹਿੰਦਾ, ਪਰ ਜਿੱਥੇ ਮਨੁੱਖ ਜੀਵਾਂ ਉੱਪਰ ਦਇਆ ਨਾ ਕਰੇ ਤੇ ਜ਼ੁਲਮ ਕਰੇ, ਉਸ ਧਰਤੀ ਉੱਤੋਂ ਧਰਮ ਆਪਣੇ ਆਪ ਹੀ ਨਸ਼ਟ ਹੋ ਜਾਂਦਾ ਤੇ ਲੱਖਾਂ ਲੋਕਾਂ ਨੂੰ ਤਬਾਹ ਕਰ ਦਿੰਦਾ। ਸੰਤੋਖ ਥਾਪ ਰੱਖਿਆ ਜਿਨ ਸੂਤ। ਇੱਥੇ ਰੱਖਿਆ ਤੇ ਵਿਸ਼ਰਾਮ ਆਉਣਾ, ਇੱਕੋ ਹੀ ਵਿਸ਼ਰਾਮ ਹੈ। ਸੰਤੋਖ ਥਾਪ ਰੱਖਿਆ ਵਿਸ਼ਰਾਮ ਜਿਨ ਸੂਤ ਐ। ਪਰ ਅਸੀਂ ਕਈ ਇਸ ਦਾ ਉਚਾਰਨ ਤਕਰੀਬਨ ਬਹੁਤ ਸਾਰੇ ਲੋਕ ਗਲਤੀ ਕਰਦੇ ਆ, ਵਿਸ਼ਰਾਮ ਗਲਤ ਲੱਗਦਾ। ਸੰਤੋਖ ਥਾਪ ਰੱਖਿਆ ਜਿਨ ਸੂਤ ਐ ਉਚਾਰਨ ਕਰਦੇ ਆ, ਰੱਖਿਆ ਨੂੰ ਜਿਨ ਸੂਤ ਦੇ ਨਾਲ ਜੋੜ ਦਿੰਦੇ ਆ, ਉਹ ਰੋਂਗ ਵਿਸ਼ਰਾਮ ਹੈ, ਰੋਂਗ ਪੰਕਚੁਏਸ਼ਨ ਹੈ। ਸੰਤੋਖ ਥਾਪ ਰੱਖਿਆ ਜਿਨ ਸੂਤ ਐ ਉਚਾਰਨ ਕਰਨਾ। ਸੰਤੋਖ ਥਾਪ ਰੱਖਿਆ ਜਿਨ ਸੂਤ, ਇਸ ਦਾ ਅਰਥ ਹੈ ਕਿ ਵਾਹਿਗੁਰੂ ਨੇ ਸੱਚ ਤੇ ਸੰਤੋਖ ਦੇ ਧਾਗੇ ਨਾਲ ਸਾਰੇ ਸੰਸਾਰ ਨੂੰ ਠੀਕ ਤਰ੍ਹਾਂ ਨਾਲ ਰੋਕ ਕੇ ਰੱਖਿਆ। ਸੰਤੋਖ ਤੇ ਥਾਪ ਦੇ, ਸੰਤੋਖ ਦੇ ਧਾਗੇ ਦੇ ਨਾਲ ਸਾਰੇ ਸੰਸਾਰ ਨੂੰ, ਥਾਪ ਮੀਨਸ ਰੋਕਣਾ, ਰੱਖਿਆ ਮੀਨਸ ਰੱਖਣਾ। ਪਰਮਾਤਮਾ ਨੇ ਸੱਚ ਤੇ ਸੰਤੋਖ ਦੇ ਧਾਗੇ ਦੇ ਨਾਲ ਸਾਰੇ ਸੰਸਾਰ ਨੂੰ ਠੀਕ ਤਰ੍ਹਾਂ ਦੇ ਨਾਲ ਰੋਕ ਕੇ ਰੱਖਿਆ। ਜਿਨ ਸੂਤ, ਸੂਤ ਮੀਨਸ ਧਾਗਾ, ਭਾਵ ਹੁਕਮ ਵਾਲੇ ਇੱਕੋ ਹੀ ਧਾਗੇ ਵਿੱਚ ਪਰੋ ਕੇ ਰੱਖਿਆ।
ਸੂਤ ਮੀਨਸ ਧਾਗਾ, ਥਾਪ ਮਤਲਬ ਕਿ ਸਾਰੇ ਸੰਸਾਰ ਨੂੰ ਰੋਕਿਆ, ਰੱਖਿਆ, ਰੋਕ ਰੱਖਿਆ, ਥਾਪ ਰੱਖਿਆ, ਰੋਕ ਰੱਖਿਆ। ਕਾਹਦੇ ਨਾਲ? ਸਤ ਸੰਤੋਖ ਦੇ ਧਾਗੇ ਦੇ ਨਾਲ। ਦੈਨ ਜੇ ਕੋ ਕਹੈ ਜੇ ਕੋ ਬੁੱਝੈ ਹੋਵੈ ਸਚਿਆਰ। ਬੁੱਝੈ ਤੇ ਵਿਸ਼ਰਾਮ ਆਉਣਾ ਇੱਕੋ ਹੀ। ਸੋ ਇਸ ਨੂੰ ਅਸੀਂ ਬੁੱਝੈ ਕਰਕੇ ਬੋਲਣਾ, ਬੱਬੇ ਨੂੰ ਭਾਰਾ, ਬੁੱਝੈ, ਬੁਝੈ ਨਹੀਂ ਬੋਲਣਾ। ਜੇ ਅਸੀਂ ਬੁਝੈ ਬੋਲਾਂਗੇ, ਬੁਝੇ ਦਾ ਅਰਥ ਹੁੰਦਾ ਲਾਈਟ ਬੁਝ ਗਈ, ਲੰਪ ਬੁਝ ਗਿਆ, ਮੋਮਬੱਤੀ ਬੁਝ ਗਈ, ਹੈ ਨਾ। ਬੁੱਝੈ ਮੀਨਸ ਹੋ ਗਿਆ ਸਮਝ ਆ ਜਾਣੀ, ਸਮਝਣਾ, ਸਮਝ ਜਾਣਾ। ਬੁੱਝੈ ਮਤਲਬ ਜੇ ਆਪਾਂ ਕਹਿੰਦੇ ਨਾ ਮੇਰੀ ਬਾਤ ਬੁੱਝ, ਜੋ ਬਾਤਾਂ ਪਾਉਂਦੇ ਸੀ ਨਿੱਕੇ ਹੋਏ ਕਿ ਮੇਰੀ ਬਾਤ ਬੁੱਝ, ਸਮਝ ਮੇਰੀ ਬਾਤ ਨੂੰ, ਜੋ ਮੈਂ ਪਾਇਆ ਉਸਨੂੰ ਸਮਝ ਕੇ ਦੱਸ। ਸੋ ਇਸ ਤਰ੍ਹਾਂ ਦੇ ਨਾਲ ਜੇ ਕੋ ਬੁੱਝੈ ਹੋਵੈ ਸਚਿਆਰ। ਗੁਰੂ ਜੀ ਕਹਿੰਦੇ ਹੇ ਭਾਈ, ਜੇ ਕੋਈ ਇਸ ਗੱਲ ਨੂੰ ਸਮਝੇ ਉਹੀ ਸਿਆਣਾ ਤੇ ਸਮਝਦਾਰ ਹੈ। ਬੁੱਝੈ ਮੀਨਸ ਸਮਝੇ, ਜੇ ਕੋਈ ਇਸ ਗੱਲ ਨੂੰ ਸਮਝੇ ਉਹੀ ਸਿਆਣਾ ਤੇ ਸਮਝਦਾਰ ਹੈ। ਕਿਹੜੀ ਗੱਲ ਨੂੰ ਸਮਝੇ? ਧਵਲਾ ਉੱਪਰ ਕੀਤਾ ਭਾਰ, ਉੱਪਰ ਤੇ ਇੱਕੋ ਵਿਸ਼ਰਾਮ ਆ। ਧਵਲਾ ਉੱਪਰ ਕੀਤਾ ਭਾਰ, ਧਵਲੇ ਉੱਪਰ ਨਹੀਂ ਕਹਿਣਾ, ਧਵਲੇ ਨਹੀਂ ਕਹਿਣਾ, ਲੱਲੇ ਨੂੰ ਦੋ ਲਾਵਾਂ ਲੱਗੀਆਂ। ਧਵਲਾ ਉੱਪਰ ਕੀਤਾ ਭਾਰ। ਜਦੋਂ ਗੁਰੂ ਨਾਨਕ ਦੇਵ ਜੀ ਨੂੰ ਸਿੱਧਾ ਨੇ ਆਖਿਆ ਕਿ ਗੁਰੂ ਜੀ ਧਰਤੀ ਦੇ ਥੱਲੇ ਇੱਕ ਬਲਦ ਖੜਾ ਹੈ, ਬਲਦ ਤੇ ਨੇ ਧਰਤੀ ਆਪਣੇ ਸਿੰਗਾਂ ਦੇ ਉੱਪਰ ਝੁਕੀ ਹੋਈ ਹੈ, ਤਾਂ ਫਿਰ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਪੁੱਛਿਆ ਵੀ ਹੇ ਭਾਈ ਸਿੱਧੋ, ਜਿਹੜਾ ਤੁਹਾਡਾ ਧਰਤੀ ਹੇਠਲਾ ਬਲਦ ਹੈ ਉਸ ਬਲਦ ਉੱਪਰ ਕਿੰਨਾ ਕੁ ਭਾਰ ਹੈ? ਜਿਹੜਾ ਧਰਤੀ ਹੇਠਲਾ ਬਲਦ ਹੈ ਤੁਹਾਡਾ, ਸਿੰਗਾਂ ਤੇ ਚੁੱਕੀ ਹੋਈ ਹੈ, ਉਹਦੇ ਉੱਪਰ ਕਿੰਨਾ ਕੁ ਭਾਰ ਹੈ? ਧਵਲਾ ਉੱਪਰ, ਧਵਲਾ ਮੀਨਸ ਬਲਦ, ਬੈਲ, ਬੁੱਲ, ਕਾਉ ਚਾਈਲਡ ਹੈ, ਕਾਂ ਦਾ ਬੱਚਾ, ਗਾਂ ਦਾ ਬੱਚਾ। ਧਵਲਾ ਉੱਪਰ, ਬਲਦ ਦੇ ਉੱਪਰ ਕੀਤਾ ਭਾਰ, ਕਿੰਨਾ ਕੁ ਭਾਰ ਹੈ? ਜੋਗੀ ਕਹਿੰਦੇ ਜੀ ਉਸ ਉੱਪਰ ਇਸ ਸਾਰੀ ਧਰਤੀ ਦਾ ਭਾਰ ਹੈ। ਜੋਗੀ ਕਹਿੰਦੇ ਕਿ ਇਹ ਗੁਰੂ ਜੀ ਉਸ ਉੱਪਰ ਸਾਰੀ ਧਰਤੀ ਦਾ ਭਾਰ ਹੈ। ਤੇ ਫਿਰ ਗੁਰੂ ਨਾਨਕ ਦੇਵ ਜੀ ਕਹਿੰਦੇ ਧਰਤੀ ਹੋਰ ਪਰੈ ਹੋਰ ਹੋਰ। ਇਸ ਪੰਕਤੀ ਦੇ ਵਿੱਚ ਹੋਰ ਤੇ ਵਿਸ਼ਰਾਮ ਕਰਨਾ, ਧਰਤੀ ਹੋਰ ਵਿਸ਼ਰਾਮ, ਪਰੈ ਹੋਰ ਹੋਰ, ਇਸ ਤਰ੍ਹਾਂ ਹੋਰ ਤੇ ਵਿਸ਼ਰਾਮ ਆਊਗਾ, ਧਰਤੀ ਹੋਰ ਪਰੈ ਹੋਰ ਹੋਰ। ਸੇ ਪੱਪੇ ਨੂੰ ਦੋ ਲਾਵਾਂ ਲੱਗੀਆਂ, ਤਾਂ ਅਸੀਂ ਕਈ ਵਾਰੀ ਇਹਦਾ ਉਚਾਰਨ ਕਰਦੇ ਹਾਂ ਪਰੈ ਹੋਰ ਹੋਰ, ਪਰੈ, ਪਰੈ ਤੇ ਪਰੈ ਦੋਵਾਂ ਦੇ ਉਚਾਰਨ ਦੇ ਵਿੱਚ ਕਾਫੀ ਫਰਕ ਹੈ, ਮੀਨਿੰਗ ਚੇਂਜ ਹੋ ਜਾਂਦਾ। ਜੇ ਅਸੀਂ ਬੋਲਾਂਗੇ ਪਰੈ, ਪਰੈ ਦਾ ਮਤਲਬ ਪੈ ਜਾਣਾ, ਚਰਨੀ ਪੈਣਾ, ਪਰੈ ਢਹਿ ਜਾਣਾ। ਜੇ ਅਸੀਂ ਰਾਰੇ ਨੂੰ ਥੋੜਾ ਜਿਹਾ ਭਾਰਾ ਕਰਕੇ ਬੋਲਾਂਗੇ ਪਰੈ, ਪਰੈ ਮਤਲਬ ਦੂਜੇ ਪਾਸੇ, ਪਰੈ ਜਿਵੇਂ ਆਪਾਂ ਕਹਿੰਦਾ ਪਰੇ ਹੋ, ਪਰੇ ਹਟ ਜਾ, ਹਨਾ, ਪਾਸੇ, ਦੂਜੇ ਪਾਸੇ, ਉੱਥੇ ਜਾਂ ਅੱਗੇ, ਇਸ ਤਰ੍ਹਾਂ ਪਰੈ ਬੋਲਣਾ। ਪਰੈ, ਪਰੈ ਨਹੀਂ ਬੋਲਣਾ। ਪਰੈ ਦਾ ਮਤਲਬ ਚਰਨੀ ਪੈਣਾ, ਪੈ ਜਾਣਾ, ਢਹਿ ਜਾਣਾ। ਪਰ ਇਹਦਾ ਫਿਰ ਮੀਨਿੰਗ ਗਲਤ ਹੋ ਜਾਣਾ, ਕਿੱਥੇ ਢਹਿ ਜਾਣਾ, ਹੋਰ ਹੋਰ ਕਿੱਥੇ ਢਹਿਣਾ, ਨਹੀਂ। ਪਰ ਗੁਰੂ ਜੀ ਪੁੱਛ ਰਹੇ ਆ ਉਹਨਾਂ ਨੂੰ ਕਿ ਧਰਤੀਆਂ ਤਾਂ ਹੋਰ ਵੀ ਹਨ, ਇੱਕ ਕੁਐਸਚਨ ਮਾਰਕ ਹੈ ਇਹਦੇ ਅੱਗੇ, ਧਰਤੀ ਹੋਰ ਪਰੈ ਹੋਰ ਹੋਰ। ਗੁਰੂ ਜੀ ਕਹਿੰਦੇ ਧਰਤੀਆਂ ਤਾਂ ਹੋਰ ਵੀ ਪਰੇ ਤੋਂ ਪਰੇ ਹਨ, ਅੱਗੇ ਤੋਂ ਅੱਗੇ ਹਨ। ਉਹ ਧਰਤੀਆਂ ਕਿਸ ਦੇ ਸਹਾਰੇ ਖੜੀਆਂ? ਫਿਰ ਜਦੋਂ ਜੋਗੀਆਂ ਨੇ ਆਖਿਆ ਜੀ ਕਹਿੰਦੇ ਸਾਰੀ ਧਰਤੀ ਦਾ ਭਾਰ ਬੈਲ ਦੇ ਉੱਪਰ ਹੈ, ਤੇ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਫਿਰ ਧਰਤੀਆਂ ਤਾਂ ਹੋਰ ਵੀ ਪਰੇ ਤੋਂ ਪਰੇ, ਅੱਗੇ ਤੋਂ ਅੱਗੇ ਹਨ, ਉਹ ਧਰਤੀਆਂ ਕਿਸ ਦੇ ਸਹਾਰੇ ਖੜੀਆਂ ਹਨ ਤੇ ਬਲਦ ਕਿੱਥੇ ਖੜਾ ਹੋਇਆ? ਤਾਂ ਸਿੱਧ ਜੋਗੀ ਕਹਿੰਦੇ ਜੀ ਥੱਲੇ ਵਾਲਾ ਬਲਦ ਜਿਹੜੀ ਧਰਤੀ ਉੱਪਰ ਖੜਾ ਹੈ, ਉਹ ਧਰਤੀ ਉਸ ਤੋਂ ਥੱਲੇ ਵਾਲੇ ਬਲਦ ਦੇ ਸਿੰਘਾਂ ਉੱਪਰ ਖੜੀ ਹੋਈ ਹੈ। ਜਿਹੜੀ ਧਰਤੀ ਉੱਪਰ ਬਲਦ ਖੜਾ ਹੋਇਆ ਥੱਲੇ ਵਾਲਾ,
ਉਹ ਧਰਤੀ ਥੱਲੇ ਵਾਲੇ ਬਲਦ ਦੇ ਸਿੰਘਾਂ ਤੇ ਖੜੀ ਹੋਈ ਹੈ। ਤੇ ਗੁਰੂ ਨਾਨਕ ਦੇਵ ਜੀ ਨੇ ਫਿਰ ਬਚਨ ਕੀਤਾ, ਕਹਿੰਦੇ ਤਿਸ ਤੇ ਭਾਰ ਤਲੈ ਕਵਣ ਜੋਰ, ਤਲੈ ਤੇ ਵਿਸ਼ਰਾਮ ਕਰਨਾ, ਤਿਸ ਤੇ ਭਾਰ ਤਲੈ ਵਿਸ਼ਰਾਮ ਕਵਣ ਜੋਰ। ਇਹਨੂੰ ਤਲੇ ਨਹੀਂ ਬੋਲਣਾ, ਤਿਸ ਤੇ ਭਾਰ ਤਲੇ ਕਵਣ ਜੋਰ, ਤਲੇ ਕਵਣ ਜੋਰ ਐ ਨਹੀਂ ਬੋਲਣਾ, ਤਲੇ ਨਹੀਂ ਬੋਲਣਾ, ਲੱਲੇ ਨੂੰ ਦੋ ਲਾਵਾਂ ਲੱਗੀਆਂ, ਤਲੈ ਬੋਲਣਾ, ਤਲੈ 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 ਭਾਰ ਤਲੈ, ਤਿਸ ਤੇ ਭਾਰ ਤਲੈ, ਤਿਸ ਤੇ ਭਾਰ ਤਲੈ ਕਵਣ ਜੋਰ, ਇਸ ਤਰ੍ਹਾਂ ਉਚਾਰਨ ਕਰਨਾ। ਗੁਰੂ ਜੀ ਕਹਿੰਦੇ ਤੁਹਾਡੇ ਹਿਸਾਬ ਨਾਲ ਤਾਂ ਫਿਰ ਵੇਦਾਂ ਦੇ ਬਲਦ ਹੇਠ ਇੱਕ ਹੋਰ ਧਰਤੀ ਹੈ, ਜਿਹੜਾ ਤੁਸੀਂ ਵੇਦਾਂ ਦੇ ਵਿੱਚ ਕਹਿੰਦੇ ਬਲਦ ਹੈ ਤੇ ਬਲਦ ਨੇ ਧਰਤੀ ਚੱਕੀ ਹੋਈ ਸਿੰਘਾਂ ਤੇ, ਤਾਂ ਉਸ ਬਲਦ ਦੇ ਹੇਠ ਇੱਕ ਹੋਰ ਧਰਤੀ ਹੈ ਜਿਸ ਉੱਤੇ ਉਹ ਬਲਦ ਖੜਾ ਹੋਇਆ, ਬੈਲ ਖੜਾ ਹੋਇਆ। ਇਸ ਤਰ੍ਹਾਂ ਤਾਂ ਕਈ ਧਰਤੀਆਂ ਤੇ ਕਈ ਬਲਦ ਹੋਣਗੇ। ਗੁਰੂ ਜੀ ਕਹਿੰਦੇ ਨਹੀਂ ਭਾਈ, ਉਹ ਧਰਮ ਦੀ ਹੀ ਤਾਕਤ ਹੈ ਜੋ ਹੇਠੋਂ ਇੰਨਾ ਭਾਰ ਚੁੱਕੀ ਖੜੀ ਹੈ। ਸਭ ਥਾਵਾਂ ਤੇ ਪਰਮੇਸ਼ਰ ਦਾ ਹੁਕਮ ਰੂਪੀ ਧਰਮ ਵਰਤਦਾ, ਸਾਰੀਆਂ ਚੀਜ਼ਾਂ ਉਹਦੇ ਹੁਕਮ ਦੇ ਵਿੱਚ ਖੜੀਆਂ ਹੋਈਆਂ ਤੇ ਹੁਕਮ ਦੇ ਵਿੱਚ ਹੀ ਚੱਲਦੀਆਂ ਹਨ। ਹੁਣ ਇਸੇ ਪੌੜੀ ਵਿੱਚ ਗੁਰੂ ਜੀ ਅੱਗੇ ਕੁਦਰਤ ਦੇ ਕਈ ਰੰਗਾਂ ਤੇ ਕੰਮਾਂ ਦੀ ਵਿਖਿਆਨ ਕਰਦੇ ਹੋਣ। ਇੱਥੋਂ ਤੱਕ ਪੰਚਵਾਲੀ ਤੇ ਸਿੱਧਾਂ ਦੀ ਗੱਲ ਜੋ ਹੈ ਬਲਦ ਵਾਲੀ, ਉਹ ਟੌਪਿਕ ਕੰਪਲੀਟ ਹੋ ਗਿਆ। ਹੁਣ ਗੁਰੂ ਨਾਨਕ ਦੇਵ ਜੀ ਇਸੇ ਪੌੜੀ ਦੇ ਵਿੱਚ ਅਗਲੀਆਂ ਪੰਕਤੀਆਂ ਵਿੱਚ ਕੁਦਰਤ ਦੇ ਕਈ ਰੰਗਾਂ ਤੇ ਕਈ ਕੰਮਾਂ ਦਾ ਵਿਖਿਆਨ ਕਰਦੇ ਆ। ਜਿਉ ਜਾਤ ਰੰਗਾ ਕੇ ਨਾਵ, ਜਾਤ ਤੇ ਵਿਸ਼ਰਾਮ ਇੱਕੋ ਹੀ ਹੋਣਾ। ਜਿਉ ਜਾਤ ਰੰਗਾ ਕੇ ਨਾਵ, ਇੱਥੇ ਜਾਤ ਤੇ ਵਿਸ਼ਰਾਮ ਹੈ, ਪਰ ਅਸੀਂ ਜਿਹੜਾ ਜਿਉ ਜੱਜੇ ਨੂੰ ਵਿਹਾਰੀ ਐੜਾ ਮੁਕਤਾ, ਤਾਂ ਇਹਨੂੰ ਜੀ ਜਾਤ ਨਹੀਂ ਕਹਿਣਾ, ਆੜੇ ਨੂੰ ਵੀ ਸਾਊਂਡ ਕਰਨਾ ਥੋੜਾ ਜਿਹਾ। ਜਿਉ ਜਾਤ ਜੀ ਜਾਤ ਐ ਨਹੀਂ ਬੋਲਣਾ, ਬਸ ਉਹਨੂੰ ਥੋੜਾ ਜਿਹਾ ਬੋਲ ਕੇ ਛੱਡ ਦੇਣਾ। ਜਿਉ ਜਾਤ ਇਸ ਤਰ੍ਹਾਂ ਆੜੇ ਨੂੰ ਥੋੜਾ ਜਿਹਾ ਸਾਊਂਡ ਕਰਕੇ ਫਿਰ ਛੱਡ ਦੇਣਾ। ਜਿਉ ਜਾਤ ਰੰਗਾ ਕੇ ਨਾਵ, ਇਸ ਤਰ੍ਹਾਂ ਉਚਾਰਨ ਕਰਨਾ। ਗੁਰੂ ਜੀ ਕਹਿੰਦੇ ਕਿ ਵਾਹਿਗੁਰੂ ਨੇ ਕਿੰਨੇ ਹੀ ਜਾਤੀਆਂ ਤੇ ਕਿਸਮਾਂ ਦੇ ਜੀਵ ਬਣਾਏ ਹਨ। ਵਾਹਿਗੁਰੂ ਨੇ, ਪ੍ਰਮਾਤਮਾ ਨੇ ਕਿੰਨੀਆਂ ਹੀ ਜਾਤੀਆਂ ਤੇ ਕਿਸਮਾਂ ਦੇ ਜੀਵ ਬਣਾਏ ਹਨ। ਜਿਉ ਜਾਤ, ਜਾਤ ਮਤਲਬ ਜਾਤੀਆਂ, ਕੈਟਾਗਰੀਜ਼, ਕਿੰਨੀਆਂ ਹੀ ਕੈਟਾਗਰੀਜ਼, ਕਿੰਨੀਆਂ ਹੀ ਜਾਤੀਆਂ ਤੇ ਰੰਗਾ ਕੇ ਨਾਮ, ਰੰਗਾਂ ਦੇ ਜੀਵ ਬਣਾਏ ਹਨ। ਕਿੰਨੇ ਹੀ ਰੰਗਾਂ ਤੇ ਨਾਵਾਂ ਦੇ, ਰੰਗਾ ਕੇ ਨਾਮ, ਰੰਗਾ ਮੀਨਸ ਰੰਗਾਂ ਦੇ, ਕਈ ਰੰਗਾਂ ਦੇ, ਨਾਵ, ਨਾਮ ਦਾ ਮਤਲਬ ਕਈ ਨਾਵਾਂ ਦੇ। ਕੁਦਰਤ ਨੇ ਕਈ ਜਾਤੀਆਂ ਦੇ, ਕਈ ਕਿਸਮਾਂ ਦੇ, ਕਈ ਰੰਗਾਂ ਦੇ ਤੇ ਕਈ ਨਾਵਾਂ ਵਾਲੇ ਜੀਵ ਬਣਾਏ ਹਨ। ਤੁਸੀਂ ਦੇਖੋ ਮੋਰ ਨੂੰ ਦੇਖਦੇ ਹੋ, ਉਹਦੇ ਵਿੱਚ ਕਿੰਨੇ ਰੰਗ ਭਰੇ ਹੋਏ ਆ, ਤੇ ਪੈਰਟ ਦਾ ਰੰਗ ਗ੍ਰੀਨ ਆ, ਤੇ ਕਰਾਓ ਦਾ ਰੰਗ ਕਾਲਾ ਹੈ, ਹਨਾ। ਇਸ ਤਰ੍ਹਾਂ ਜਿਹੜੀ ਘੁੱਗੀ ਹੁੰਦੀ ਹੈ ਉਹਦਾ ਰੰਗ ਬਰਾਊਨ ਹੈ। ਇਸ ਤਰ੍ਹਾਂ ਅਲੱਗ-ਅਲੱਗ ਕਿੰਨੇ, ਕੋਈ ਹਰੇ ਰੰਗ ਦਾ ਜੀਵ ਹੈ, ਕੋਈ ਕਾਲੇ ਰੰਗ ਦਾ, ਕੋਈ ਲਾਲ ਰੰਗ ਦਾ, ਕੋਈ ਕਿਸੇ ਰੰਗ ਦਾ। ਕਿੰਨੇ ਰੰਗਾਂ ਦੇ ਜੀਵ ਹਨ, ਕਿੰਨੇ ਹੀ ਉਹਨਾਂ ਦੇ ਨਾਮ ਹਨ। ਇਹ ਕੁਦਰਤ ਨੇ ਕਿੰਨੇ ਹੀ ਜੀਵ, ਕਿੰਨੇ ਨਾਵਾਂ, ਕਿੰਨੇ ਜਾਤੀਆਂ ਦੇ ਜੀਵ ਬਣਾਏ ਹਨ। ਦੈਨ ਸਭ ਨਾਂ ਲਿਖਿਆ, ਬੁੜੀ ਕਲਾਮ ਲਿਖਿਆ ਤੇ ਵਿਸ਼ਰਾਮ ਆਊਗਾ। ਸਭ ਨਾਂ ਲਿਖਿਆ, ਬੁੜੀ ਕਲਾਮ, ਇਹ ਸੌਖਾ ਉਚਾਰਨਾ ਹੈ। ਸਾਰੇ ਜੀਵਾਂ ਦੇ ਕਰਮ ਅਤੇ ਖਾਣ ਪੀਣ ਦੇ ਲੇਖ ਲਿਖਣ ਵਾਸਤੇ ਉਸ ਦੀ ਵੱਡੀ ਕਲਮ ਲਗਾਤਾਰ ਚੱਲਦੀ ਰਹਿੰਦੀ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਕਿ ਪ੍ਰਮਾਤਮਾ ਦੀ ਕਲਮ ਬਹੁਤ ਵੱਡੀ ਹੈ ਅਤੇ ਜੀਵਾਂ ਦੇ ਲੇਖ, ਕਰਮ ਅਤੇ ਖਾਣ ਪੀਣ ਦਾ ਹਿਸਾਬ ਕਿਤਾਬ ਲਿਖਣ ਵਾਸਤੇ ਉਸ ਦੀ ਬਹੁਤ ਸਾਰੀ ਵੱਡੀ ਕਲਮ, ਬੁੜੀ ਕਲਾਮ, ਕਲਾਮ ਮਤਲਬ ਕਲਮ, ਬੁੜੀ ਵੱਡੀ, ਉਹ ਹਰ ਵੇਲੇ ਹੀ ਚੱਲਦੀ ਰਹਿੰਦੀ ਹੈ, ਲੰਮਾ ਸਮਾਂ ਚੱਲਦੀ ਰਹਿੰਦੀ ਹੈ। ਉਹ ਹਰ ਟਾਈਮ ਜੀਵਾਂ ਦੇ ਲੇਖ ਤੇ ਕਰਮ ਲਿਖਦੀ ਰਹਿੰਦੀ ਹੈ। ਫਿਰ ਅੱਗੇ
ਇਹੋ ਲੇਖਾ ਲਿਖ ਜਾਣਾ ਕੋਈ। ਲੇਖਾ ਦਾ ਅਰਥ ਲੇਖਾ ਤੇ ਵਿਸ਼ਰਾਮ ਕਰਨਾ ਇਸ ਪੰਕਤੀ ਵਿੱਚ। ਇਹੋ ਲੇਖਾ ਵਿਸ਼ਰਾਮ, ਲਿਖ ਜਾਣਾ ਕੋਈ, ਇਸ ਤਰ੍ਹਾਂ ਇਹਦਾ ਉਚਾਰਨ ਕਰਨਾ। ਇਹੋ ਲੇਖਾ ਲਿਖ ਜਾਣਾ ਕੋਈ, ਇਹ ਲੇਖਾ ਲਿਖ ਜਾਣਾ ਕੋਈ ਨਹੀਂ ਬੋਲਣਾ। ਹਾਹੇ ਨੂੰ ਔਂਕੜ ਲੱਗੀ ਹੋਈ ਹੈ। ਇਹੋ, ਇਹ ਨਹੀਂ ਬੋਲਣਾ, ਇਹ ਲੇਖਾ ਨਹੀਂ ਬੋਲਣਾ, ਇਹੋ ਲੇਖਾ ਐਂ ਬੋਲਣਾ। ਇਹੋ ਲੇਖਾ ਲਿਖ ਜਾਣਾ ਕੋਈ, ਜਿਸ ਦਾ ਅਰਥ ਹੈ ਕਿ ਇਸ ਲੇਖੇ ਦਾ ਹਿਸਾਬ ਕਿਤਾਬ ਨੂੰ ਕੋਈ ਵਿਰਲੇ ਹੀ ਜਾਣਦੇ ਹਨ। ਇਹ ਲੇਖਾ ਕਿਸੇ ਵਿਰਲੇ ਦੀ ਹੀ ਸਮਝ ਵਿੱਚ ਆਉਂਦਾ ਹੈ। ਜੋ ਪਰਮਾਤਮਾ ਦਾ ਲੇਖਾ ਜੋਖਾ ਹੈ ਉਹ ਕੋਈ ਵਿਰਲਾ ਹੀ ਜਾਣਦਾ ਹੈ ਤੇ ਕਿਸੇ ਵਿਰਲੇ ਦੀ ਸਮਝ ਵਿੱਚ ਆਉਂਦਾ ਹੈ। ਕੋਈ ਦਾ ਮਤਲਬ ਵਿਰਲਾ, ਕੋਈ ਵਿਰਲਾ। ਲੇਖਾ ਲਿਖਿਆ ਕੀਤਾ ਹੋਏ, ਲਿਖਿਆ ਤੇ ਵਿਸ਼ਰਾਮ। ਲੇਖਾ ਲਿਖਿਆ ਵਿਸ਼ਰਾਮ ਕੀਤਾ ਹੋਏ, ਇਸ ਦਾ ਅਰਥ ਹੈ ਕਿ ਲਿਖਿਆ ਹੋਇਆ ਲੇਖਾ ਕਿੰਨਾ ਵੱਡਾ ਹੋਵੇਗਾ। ਇੱਕ ਕੁਐਸਚਨ ਮਾਰਕ ਹੈ ਦੇ ਅੱਗੇ ਕਿ ਇਹ ਲੇਖਾ ਲਿਖਿਆ ਕਿੰਨਾ ਵੱਡਾ ਹੋਵੇਗਾ। ਕੀਤਾ ਦਾ ਅਰਥ ਕਿੰਨਾ। ਜੋ ਇਹ ਲੇਖਾ ਪਰਮਾਤਮਾ ਆਪਣੀ ਕਲਮ ਨਾਲ ਲਿਖਦੇ, ਕਿੰਨਾ ਕੁ ਵੱਡਾ ਲੇਖਾ ਹੋਵੇਗਾ। ਫਿਰ ਅੱਗੇ ਫਿਰ ਇੱਕ ਕੁਐਸਚਨ ਮਾਰਕ ਪੰਕਤੀ ਹੈ, ਇਹਦਾ ਵੀ ਕੁਐਸਚਨ ਮਾਰਕ ਹੈ। ਕੀਤਾ ਤਾਣ ਸਵਾਲਿਹੋ ਰੂਪ, ਤਾਣ ਤੇ ਵਿਸ਼ਰਾਮ ਹੈ। ਕੀਤਾ ਤਾਣ ਸਵਾਲਿਹੋ ਰੂਪ, ਤਾਣ ਤੇ ਵਿਸ਼ਰਾਮ। ਕੀਤਾ ਤਾਣ ਵਿਸ਼ਰਾਮ ਸਵਾਲਿਹੋ ਰੂਪ। ਇੱਥੇ ਸਾਡੇ ਕੋਲੇ ਕੀ ਗਲਤੀ ਹੁੰਦੀ ਹੈ, ਮਿਸਟੇਕ ਹੁੰਦੀ ਉਚਾਰਨ ਦੇ ਵਿੱਚ। ਸਵਾਲਿਓ ਰੂਪ ਅਸੀਂ ਔਂਕੜ ਤਾਂ ਬੋਲਦੇ ਨੇ ਪਰ ਹਾਹਾ ਨਹੀਂ ਬੋਲਦੇ। ਕੀਤਾ ਤਾਣ ਸਵਾਲਿਓ ਰੂਪ, ਸਵਾਲਿਓ ਰੂਪ, ਹਾਹੇ ਨੂੰ ਔਂਕੜ ਨਹੀਂ ਲਾਉਂਦੇ। ਅਸੀਂ ਇਹਦਾ ਉਚਾਰਨ ਐਵੇਂ ਕਰਨਾ, ਸਵਾਲਿਹੋ 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 ਐਂ ਬੋਲਣਾ। ਕੀਤਾ ਤਾਣ ਸਵਾਲਿਹੋ ਰੂਪ। ਹੁਣ ਇਸ ਪੰਕਤੀ ਵਿੱਚ ਵੀ ਗੁਰੂ ਮਹਾਰਾਜ ਜੀ ਇੱਕ ਕੁਐਸਚਨ ਕਰਦੇ ਹਨ ਕਿ ਕੀਤਾ ਤਾਣ, ਕੀਤਾ ਦਾ ਮਤਲਬ ਕਿੰਨਾ। ਤਾਣ ਮੀਨਸ ਜ਼ੋਰ, ਕਿੰਨਾ ਜ਼ੋਰ ਤੇ ਸ਼ਕਤੀ ਹੈ, ਕਿੰਨਾ ਕੁ ਉਸ ਦਾ ਰੂਪ ਸੋਹਣਾ। ਸਵਾਲਿਹੋ ਮੀਨਸ ਸੋਹਣਾ, ਰੂਪ ਮੀਨਸ ਰੂਪ। ਕਿੰਨਾ ਕੁ ਸੋਹਣਾ ਉਸ ਦਾ ਰੂਪ ਹੈ ਅਤੇ ਕਿੰਨਾ ਜ਼ੋਰ ਤੇ ਸ਼ਕਤੀ ਹੈ ਉਹਦੇ ਵਿੱਚ। ਕੀਤਾ ਤਾਣ, ਕਿੰਨੀ ਸ਼ਕਤੀ ਤੇ ਕਿੰਨਾ ਜ਼ੋਰ ਆ ਉਹਦੇ ਵਿੱਚ, ਤੇ ਸਵਾਲਿਹੋ ਰੂਪ, ਉਹਦਾ ਰੂਪ ਕਿੰਨਾ ਸੋਹਣਾ ਹੈ। ਫੇਰ ਅੱਗੇ ਗੁਰੂ ਜੀ ਬਚਨ ਕਰਦੇ, ਕੀਤੀ ਦਾਤ ਜਾਣੈ ਕੌਣ ਕੂਤ। ਦਾਤ ਤੇ ਵਿਸ਼ਰਾਮ ਆਊਗਾ। ਕੀਤੀ ਦਾਤ ਵਿਸ਼ਰਾਮ, ਜਾਣੈ ਕੌਣ ਕੂਤ। ਗੁਰੂ ਜੀ ਬਚਨ ਕਰਦੇ ਹਨ ਕਿ ਕਿੰਨੀਆਂ ਵੱਡੀਆਂ ਉਸ ਦੀਆਂ ਦਾਤਾਂ ਤੇ ਬਖਸ਼ਿਸ਼ਾਂ ਹਨ, ਇਸ ਦਾ ਕੌਣ ਅੰਦਾਜ਼ਾ ਲਾ ਸਕਦਾ। ਕੂਤ ਤੋਂ ਭਾਵ ਥੋੜਾ ਜਿਹਾ ਵੀ ਨਹੀਂ ਲਾ ਸਕਦਾ। ਕੂਤ, ਜਾਣੈ ਕੌਣ ਕੂਤ, ਕੋਈ ਥੋੜਾ ਜਿਹਾ ਵੀ ਨਹੀਂ ਜਾਣ ਸਕਦਾ। ਉਹ ਵਾਹਿਗੁਰੂ ਦੀਆਂ ਦਾਤਾਂ ਤੇ ਬਖਸ਼ਿਸ਼ਾਂ ਕਿੰਨੀਆਂ ਵੱਡੀਆਂ ਹਨ, ਕੋਈ ਇਸ ਦਾ ਅੰਦਾਜ਼ਾ ਨਹੀਂ ਲਾ ਸਕਦਾ, ਥੋੜਾ ਜਿਹਾ ਵੀ ਅੰਦਾਜ਼ਾ ਨਹੀਂ ਲਾ ਸਕਦਾ। ਕੀਤਾ ਪਸਾਓ ਏਕੋ ਕਵਾਓ, ਕੀਤਾ ਪਸਾਓ ਏਕੋ ਕਵਾਓ। ਪਸਾਓ ਤੇ ਵਿਸ਼ਰਾਮ ਹੈ। ਕੀਤਾ ਪਸਾਓ ਵਿਸ਼ਰਾਮ, ਏਕੋ ਕਵਾਓ। ਕੀਤਾ ਪਸਾਓ ਏਕੋ ਕਵਾਓ, ਇਸ ਦਾ ਅਰਥ ਹੈ ਕਿ ਵਾਹਿਗੁਰੂ ਨੇ ਇੱਕ ਸ਼ਬਦ ਨਾਲ ਸਾਰੇ ਜਗਤ ਦਾ ਪਸਾਰਾ ਕੀਤਾ। ਪਰਮਾਤਮਾ ਨੇ ਇੱਕ ਸ਼ਬਦ ਬੋਲ ਕੇ ਸਾਰੀ ਦੁਨੀਆ ਰਚ ਦਿੱਤੀ। ਜਦੋਂ ਬ੍ਰਹਮਾ ਨੇ ਇੱਕ ਤੋਂ ਕਈ ਰੂਪ, ਜਦੋਂ ਬ੍ਰਹਮ ਪਰਮੇਸ਼ਰ ਨੇ ਇੱਕ ਤੋਂ ਕਈ ਰੂਪ ਹੋ ਜਾਣਾ ਚਾਹਿਆ ਤਾਂ ਉਸਨੇ ਆਪਣੇ ਮੁਖ ਵਿੱਚੋਂ ਇਸ ਤਰ੍ਹਾਂ ਆਖਿਆ, ਏਕੋ ਹੰਸ਼ਾਨਾ ਬਹੁ ਤਰਜਾਂ ਜਾਏ। ਮਤਲਬ ਇਹ ਸ਼ਾਸਤਰਾਂ ਦਾ ਬਚਨ ਆ। ਏਕੋ ਹੰਸ਼ਾਨਾ, ਪਰਮਾਤਮਾ ਨੇ ਨਹੀਂ ਐ ਆਖਿਆ ਸੀ। ਉਹ ਤਾਂ ਅਲੱਗ-ਅਲੱਗ ਵੇਦਾਂ ਨੇ, ਅਲੱਗ-ਅਲੱਗ ਧਾਰਮਿਕ ਸਿਮਰਤੀਆਂ, ਪੁਰਾਣ ਗ੍ਰੰਥ ਜੋ ਹਨ
ਉਹਨਾਂ ਨੇ ਉਹਦੀ ਬੋਲੀ ਨੂੰ ਅਲੱਗ-ਅਲੱਗ ਤਰੀਕੇ ਨਾਲ, ਆਪਣੇ ਤਰੀਕੇ ਨਾਲ, ਕਲਮ ਨਾਲ ਲਿਖਤਾ ਅੱਖਰ ਬਣਾਏ ਉਹਦੇ। ਤਾਂ ਮਤਲਬ ਪਰਮਾਤਮਾ ਨੇ, ਇਸ ਦਾ ਅਰਥ ਇਹੀ ਬਣਦਾ ਕਿ ਏਕੋ ਹੰਸ਼ਾਨਾ ਬਹੁ ਤਰਜਾਂ ਜਾਏ। ਇਸ ਦਾ ਅਰਥ ਇਹ ਹੈ ਕਿ ਮੈਂ ਇੱਕ ਤੋਂ ਕਈ ਰੂਪ ਹੋ ਜਾਵਾਂ। ਉਹ ਪਰਮਾਤਮਾ ਦੀ ਆਪਣੀ ਭਾਸ਼ਾ, ਉਹਨੇ ਕਿਹੜੀ ਭਾਸ਼ਾ ਵਰਤੀ, ਪਰ ਵੇਦਾਂ ਨੇ ਉਸ ਸ਼ਬਦ ਨੂੰ ਇਸ ਤਰ੍ਹਾਂ ਵਰਤ ਲਿਆ ਕਿ ਮੈਂ ਇੱਕ ਤੋਂ ਕਈ ਰੂਪ ਹੋ ਜਾਵਾਂ। ਤਾਂ ਫਿਰ ਉਸੇ ਵੇਲੇ ਮਾਇਆ, ਤਿੰਨ ਦੇਵਤੇ, ਮਨੁੱਖ, ਪਹਾੜ, ਬਿਰਖ, ਪੰਛੀ, ਧਰਤੀਆਂ ਤੇ ਕਈ ਤਰ੍ਹਾਂ ਦੇ ਪਾਣੀ ਬਣ ਗਏ। ਪਰ ਕੋਈ ਕਹਿੰਦਾ ਕਿ ਰੱਬ ਨੇ ਓਮ ਆਖਿਆ, ਕੋਈ ਕਹਿੰਦਾ ਰੱਬ ਨੇ ਕੁਨ ਆਖਿਆ, ਕੋਈ ਕਹਿੰਦਾ ਰੱਬ ਨੇ ਓੰਕਾਰ ਆਖਿਆ। ਨਹੀਂ, ਇਹ ਸਾਰੇ ਆਪਣੇ ਆਪਣੇ ਧਰਮਾਂ ਦੇ ਬੀਜ ਮੰਤਰ ਹਨ ਜੋ ਬਾਅਦ ਵਿੱਚ ਬਣੇ ਆ, ਤੇ ਉਹ ਗੁਰੂ ਪਰਮਾਤਮਾ ਦੇ ਬ੍ਰਹਮ ਦੇ ਬਚਨ ਨੂੰ ਆਪਣੀ ਆਪਣੀ ਭਾਸ਼ਾ ਅਨੁਸਾਰ ਆਪਣੇ ਅੱਖਰਾਂ ਵਿੱਚ ਲਿਖਿਆ। ਦੈਨ ਤਿਸਤੇ ਹੋਏ ਲੱਖ ਦਰਿਆਓ, ਹੋਏ ਤੇ ਵਿਸ਼ਰਾਮ ਆਊਗਾ ਇੱਥੇ। ਤਿਸਤੇ ਹੋਏ ਵਿਸ਼ਰਾਮ ਲੱਖ ਦਰਿਆਓ। ਦਰਿਆਓ ਐ ਨਹੀਂ ਕਹਿਣਾਗਾ, ਦਰਿਆਓ ਜਦੋਂ ਬੋਲਾਂਗੇ ਦੱਦਾ ਰਾਰੇ ਸਿਆਰੀ ਐੜੇ ਕੰਨਾ ਊੜੇ ਔਂਕੜ ਦਰਿਆਓ, ਹਨਾ। ਇਹ ਰਾਰੇ ਨੂੰ ਬਿਹਾਰੀ ਲਾਉਣੀ, ਆਪਾਂ ਡਬਲ ਈ ਦੀ ਸਾਊਂਡ ਕਰਨੀ ਆ। ਦਰਿਆਓ, ਦਰਿਆਓ ਅਰਥ ਭਾਵੇਂ ਦਰਿਆ ਹੀ ਬਣਦਾ ਉਹਦਾ, ਪਰ ਜੇ ਬਿਹਾਰੀ ਲੱਗੀ ਤਾਂ ਆਪਾਂ ਬਿਹਾਰੀ ਹੀ ਸਾਊਂਡ ਕਰਾਂਗੇ। ਕਰੈਕਟ? ਹਾਂ, ਡਬਲ ਈ ਦੀ ਸਾਊਂਡ ਦੇਣੀ ਆ। ਦਰਿਆਓ, ਦਰਿਆਓ ਇਸ ਤਰ੍ਹਾਂ। ਤਿਸਤੇ ਹੋਏ ਲੱਖ ਦਰਿਆਓ, ਇਸ ਤਰ੍ਹਾਂ ਦੇ ਨਾਲ ਉਚਾਰਨ ਕਰਨਾ ਇਹਦਾ। ਲੱਖ ਮੀਨਸ 100,000, ਰਾਈਟ? ਲੱਖ ਨਹੀਂ ਕਹਿਣਾ ਇਹਨੂੰ, ਲੱਖ ਬੋਲਣਾ, ਲੱਖ। ਤਿਸਤੇ ਹੋਏ ਲੱਖ ਦਰਿਆਓ, ਇਸ ਦਾ ਅਰਥ ਹੈ ਕਿ ਇਸ ਆਵਾਜ਼ ਨਾਲ ਲੱਖਾਂ ਹੀ ਦਰਿਆ ਵਹਿਣ ਲੱਗ ਪਏ। ਜਦੋਂ ਪਰਮਾਤਮਾ ਨੇ ਆਪਣੀ ਇੱਕ ਭਾਸ਼ਾ ਦੇ ਨਾਲ, ਇੱਕ ਬੋਲ ਦੇ ਨਾਲ ਸਾਰੀ ਸ੍ਰਿਸ਼ਟੀ ਦਾ ਪਸਾਰਾ ਕੀਤਾ, ਜਦੋਂ ਪਰਮਾਤਮਾ ਨੇ ਆਖਿਆ ਕਿ ਮੈਂ ਇੱਕ ਤੋਂ ਕਈ ਰੂਪ ਹੋ ਜਾਵਾਂ, ਤਾਂ ਇਹ ਕਹਿਣ ਦੇ ਨਾਲ ਹੀ, ਇਸ ਆਵਾਜ਼ ਨਾਲ ਹੀ ਲੱਖਾਂ ਦਰਿਆ ਵਹਿਣ ਲੱਗ ਪਏ। ਤਿਸਤੇ ਹੋਏ ਲੱਖ ਦਰਿਆ, ਇਸ ਤਰ੍ਹਾਂ ਕਹਿਣ ਨਾਲ ਕਿੰਨੇ ਹੀ ਦਰਿਆ ਹੋ ਗਏ। ਦੈਨ ਕੁਦਰਤ ਕਵਣ ਕਹਾ ਵਿਚਾਰ, ਕਵਣ ਤੇ ਵਿਸ਼ਰਾਮ ਆਊਗਾ। ਕਵਣ, ਕਵਣ, ਓਕੇ। ਕਵਣ ਤੇ ਵਿਸ਼ਰਾਮ ਕਰਨਾ। ਕੁਦਰਤ ਕਵਣ ਕਹਾ ਵਿਚਾਰ, ਵਿਚਾਰ ਨਹੀਂ ਕਹਿਣਾ, ਵਿਚਾਰ। ਬਾਵੇ ਨੂੰ ਬਿਹਾਰੀ ਡਬਲ ਈ ਸਾਊਂਡ ਕਰਨਾ। ਵਿਚਾਰ, ਵਿਚਾਰ ਨਹੀਂ, ਵਿਚਾਰ। ਕਰੈਕਟ? ਹਾਂ। ਕੁਦਰਤ ਕਵਣ ਕਹਾ ਵਿਚਾਰ, ਇਸ ਦਾ ਅਰਥ ਹੈ ਕਿ ਗੁਰੂ ਜੀ ਕਹਿੰਦੇ, ਹੇ ਕਰਤਾਰ ਪਰਮੇਸ਼ਰ, ਤੇਰੇ ਕਾਰਨਾਮਾ ਨੂੰ, ਤੇਰੇ ਕੰਮਾਂ ਨੂੰ ਬਿਆਨ ਕਰਨ ਦੇ ਵਿੱਚ ਮੇਰੇ ਕੋਲ ਕੋਈ ਸ਼ਕਤੀ ਨਹੀਂ ਆ। ਕਿੱਥੋਂ ਤੱਕ ਵਿਚਾਰ ਕਰਕੇ ਕਹਾਂ? ਕਵਣ ਕਹਾ ਵਿਚਾਰ, ਕਿਹੜੀ? ਕਵਣ ਮਤਲਬ ਕਿਹੜੀ, ਕਿਹੜੀ, ਕੀ ਵਿਚਾਰ ਕਰਾਂ ਤੇਰੇ ਕੰਮਾਂ ਦੀ। ਕਵਣ ਮੀਨਸ ਕੰਮਾਂ, ਕਵਣ ਮੀਨਸ ਕਿਹੜੀ, ਕਿਹੜੀ। ਇਸ ਤਰ੍ਹਾਂ ਗੁਰੂ ਜੀ ਕਹਿੰਦੇ, ਹੇ ਕਰਤਾਰ, ਤੇਰੇ ਕਾਰਨਾਮਿਆਂ, ਕੰਮਾਂ ਨੂੰ ਬਿਆਨ ਕਰਨ ਦੀ ਮੇਰੇ ਵਿੱਚ ਸ਼ਕਤੀ ਨਹੀਂ ਆ। ਕਿੱਥੋਂ ਤੱਕ ਵਿਚਾਰ ਕਰਾਂ, ਕਿੱਥੋਂ ਤੱਕ ਕਹਿ ਕੇ ਸੁਣਾਵਾਂ। ਦੈਨ ਵਾਰਿਆ ਨਾ ਜਾਵਾ ਏਕ ਵਾਰ, ਜਾਵਾ ਤੇ ਵਿਸ਼ਰਾਮ ਆਊਗਾ। ਵਾਰਿਆ ਨਾ ਜਾਵਾ ਏਕ ਵਾਰ, ਵਾਰਿਆ ਨਾ ਜਾਵਾ ਵਿਸ਼ਰਾਮ ਏਕ ਵਾਰ, ਇਸ ਤਰ੍ਹਾਂ ਜਾਵਾ ਤੇ ਵਿਸ਼ਰਾਮ। ਵਾਰਿਆ ਨਾ ਜਾਵਾ ਏਕ ਵਾਰ, ਇਸ ਦਾ ਅਰਥ ਹੈ ਕਿ ਮੈਂ ਤੇਰੇ ਨਾਮ ਤੋਂ ਇੱਕ ਵਾਰ ਵੀ ਕੁਰਬਾਨ ਨਹੀਂ ਹੋ ਸਕਦਾ। ਵਾਹਿਗੁਰੂ ਦੇ ਇੱਕ ਵਾਲ ਵਿੱਚ ਕਰੋੜਾਂ ਬ੍ਰਹਿਮੰਡ ਹਨ। ਵਾਹਿਗੁਰੂ ਦੇ ਇੱਕ ਵਾਲ ਵਿੱਚ ਕਰੋੜਾਂ ਬ੍ਰਹਮੰਡ ਹਨ। ਮੈਂ ਤਾਂ ਉਸ ਦੇ ਇੱਕ ਨਿੱਕੇ ਜਿਹੇ ਵਾਲ ਤੋਂ ਵੀ ਕੁਰਬਾਨ ਨਹੀਂ ਹੋ ਸਕਦਾ। ਵਾਰ ਦਾ ਮਤਲਬ ਵਾਰੀ ਵੀ ਹੈ ਅਤੇ ਵਾਰ ਦਾ ਮਤਲਬ ਵਾਲ ਵੀ ਬਣਦਾ। ਅਲੱਗ-ਅਲੱਗ ਵਿਦਵਾਨਾਂ ਨੇ ਵਾਰ ਵੀ ਨਾਲ ਅਰਥ ਕੀਤਾ, ਦੋਵੇਂ ਅਰਥ ਕੀਤੇ ਆ। ਕਾਨ ਸਿੰਘ ਨਾਭਾ ਨੇ ਵੀ, ਭਾਈ ਵੀਰ ਸਿੰਘ ਜੀ ਨੇ ਵੀ,
ਤੇ ਜੋ ਰਾੜਾ ਸਾਹਿਬ ਦੀ ਉਹਨਾਂ ਨੇ ਗੁਰਬਾਣੀ ਟਰਾਂਸਲੇਸ਼ਨ ਬਣਾਈ ਹੈ, ਉਹਦੇ ਵਿੱਚ ਵੀ ਇੱਕੋ ਤਰ੍ਹਾਂ ਦੇ ਦੋਵੇਂ ਅਰਥ ਕੀਤੇ ਆ ਇਸ ਦੇ ਵਾਰ ਦੇ, ਕਿ ਪਰਮਾਤਮਾ ਤੋਂ ਇੱਕ ਵਾਰੀ ਵੀ ਕੁਰਬਾਨ ਨਹੀਂ ਹੋ ਸਕਦਾ, ਜਾਂ ਮੈਂ ਪਰਮਾਤਮਾ ਦੇ ਇੱਕ ਵਾਲ ਤੋਂ ਵੀ ਕੁਰਬਾਨ ਨਹੀਂ ਹੋ ਸਕਦਾ। ਪਰਮਾਤਮਾ ਦੇ ਇੱਕ ਵਾਲ ਵਿੱਚ ਲੱਖਾਂ ਬ੍ਰਹਿਮੰਡ ਹਨ, ਲੱਖਾਂ ਹੀ ਧਰਤੀਆਂ ਹਨ ਉਹਦੇ ਇੱਕ ਰੋਮ ਦੇ ਵਿੱਚ। ਤਾਂ ਇਸ ਦੀ ਪੁਸ਼ਟੀ ਕਰਦੇ ਹਨ ਭਾਈ ਨੰਦ ਲਾਲ ਜੀ। ਭਾਈ ਨੰਦ ਲਾਲ ਜੀ ਲਿਖਦੇ ਹਨ ਕਿ ਹਰ ਦੋ ਆਲਮ ਕੀਮਤੇ ਯਕਤਾਰ ਮੂਏ ਯਾਰਮਾ, ਹਰ ਦੋ ਆਲਮ ਕੀਮਤੇ ਯਕਤਾਰ ਮੂਏ ਯਾਰਮਾ। ਤਾਰ ਦਾ ਅਰਥ ਭਾਈ ਸਾਹਿਬ ਨੇ ਇੱਥੇ ਕੀਤਾ ਵਾਲ, ਤਾਰ ਦਾ ਅਰਥ ਹੈ ਵਾਲ। ਯਾਰ ਮਾਂ ਦਾ ਅਰਥ ਹੋ ਗਿਆ ਮੇਰੇ ਪਿਆਰੇ ਪ੍ਰੀਤਮ। ਹਰ ਦੋ ਆਲਮ ਕੀਮਤੇ ਯਕਤਾਰ ਮੂਏ ਯਾਰ ਮਾਂ, ਜਿਸ ਦਾ ਮਤਲਬ ਹੈ ਕਿ ਮੈਂ ਆਪਣੇ ਪਿਆਰੇ ਪ੍ਰੀਤਮ ਦੇ ਇੱਕ ਵਾਲ ਤੋਂ ਦੋ ਜਹਾਨ ਕੁਰਬਾਨ ਕਰ ਦਿਆਂ। ਹਰ ਦੋ ਆਲਮ, ਦੋ ਜਹਾਨ, ਦੋ ਆਲਮ ਮੀਨਸ ਦੋ ਜਹਾਨ। ਭਾਈ ਨੰਦ ਲਾਲ ਜੀ ਨੇ ਇਸ ਤਰ੍ਹਾਂ ਇਸ ਦੀ ਪੁਸ਼ਟੀ ਕੀਤੀ ਆ। ਵਾਰਿਆ ਨਾ ਜਾਵਾ ਇੱਕ ਵਾਰ, ਮਤਲਬ ਮੈਂ ਆਪਣੇ ਪ੍ਰਮਾਤਮਾ ਤੋਂ ਕੁਰਬਾਨ ਨਹੀਂ ਹੋ ਸਕਦਾ, ਇੱਕ ਵਾਰ ਵੀ ਕੁਰਬਾਨ ਨਹੀਂ ਹੋ ਸਕਦਾ ਗਾ, ਉਹਦੇ ਐਡੇ ਵੱਡੇ ਗੁਣ ਆ। ਤਾਂ ਭਾਈ ਨੰਦ ਲਾਲ ਜੀ ਕਹਿੰਦੇ ਮੈਂ ਦੋ ਜਹਾਨ ਵਾਰਦਿਆਂ ਪ੍ਰਮਾਤਮਾ ਦੇ ਇੱਕ ਵਾਲ ਤੋਂ, ਆਪਣੇ ਗੁਰੂ ਪਿਆਰੇ ਦੇ ਇੱਕ ਵਾਲ ਉੱਤੋਂ। ਦਨ ਜੋ ਤੁਧ ਭਾਵੈ ਸਾਈ ਭਲੀਕਾਰ, ਭਾਵੈ ਤੇ ਵਿਸ਼ਰਾਮ ਆਊਗਾ। ਜੋ ਤੁਧ ਭਾਵੈ ਵਿਸ਼ਰਾਮ ਸਾਈ ਭਲੀਕਾਰ। ਇੱਥੇ ਸਾਈ ਨੂੰ ਸਾਈ ਨਹੀਂ ਬੋਲਣਾ, ਆਪਾਂ ਰੌਂਗ ਉਚਾਰਨ ਨਹੀਂ ਕਰਨਾ, ਸਾਈ ਨਹੀਂ ਕਹਿਣਾ, ਸਾਈ ਕਹਿਣਾ। ਸਾਈ ਦਾ ਅਰਥ ਬਣ ਜੂਗਾ ਪਰਮਾਤਮਾ, ਮਾਲਕ, ਸੁਆਮੀ। ਸਾਈ ਦਾ ਮਤਲਬ ਬਣ ਜੂਗਾ, ਸਾਈ ਦਾ ਅਰਥ ਬਣੂਗਾ ਉਹੀ, ਉਹ ਹੀ, ਇਸ ਤਰ੍ਹਾਂ। ਤਾਂ ਗੁਰੂ ਜੀ ਕਹਿੰਦੇ ਜੋ ਤੁਧ ਭਾਵੈ ਸਾਈ ਭਲੀਕਾਰ, ਵੀ ਹੈ ਵਾਹਿਗੁਰੂ ਜੋ ਤੈਨੂੰ ਭਾਵੇ ਉਹੀ ਚੰਗਾ ਕੰਮ ਹੈ, ਉਹੀ ਚੰਗੀ ਗੱਲ ਹੈ। ਤੂੰ ਸਦਾ ਸਲਾਮਤ ਨਿਰੰਕਾਰ, ਸਲਾਮਤ ਤੇ ਵਿਸ਼ਰਾਮ ਆਊਗਾ। ਤੂੰ ਸਦਾ ਸਲਾਮਤ ਵਿਸ਼ਰਾਮ ਨਿਰੰਕਾਰ, ਨਿਰੰਕਾਰ ਨਹੀਂ ਕਹਿਣਾ, ਨਿਰੰਕਾਰ। ਜਦੋਂ ਨਿਰੰਕਾਰ ਕਵਾਂਗੇ ਤਾਂ ਅਸੀਂ ਰਾਰੇ ਨੂੰ ਸਿਹਾਰੀ ਬੋਲੂਗੀ ਇਹ, ਨਿਰੰਕਾਰ 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 ਨਿਰੰਕਾਰ, ਇਸ ਤਰ੍ਹਾਂ ਉਚਾਰਨ ਕਰਨਾ। ਤੂੰ ਸਦਾ ਸਲਾਮਤ ਨਿਰੰਕਾਰ, ਇਸ ਦਾ ਅਰਥ ਹੈ ਪਿਆਰੇ ਵਾਹਿਗੁਰੂ ਤੂੰ ਹਮੇਸ਼ਾ ਹੀ ਨਵਾਂ ਨਰੋਆ ਤੇ ਇੱਕ ਰਸ ਰਹਿਣ ਵਾਲਾ ਹੈ। ਸਲਾਮਤ ਮਤਲਬ ਇੱਕ ਰਸ ਰਹਿਣ ਵਾਲਾ, ਸਦਾ ਰਹਿਣ ਵਾਲਾ, ਸਦਾ ਤਾਜ਼ਾ ਰਹਿਣ ਵਾਲਾ। ਤੂੰ ਸ਼ਕਲ ਸੂਰਤ ਤੇ ਰੂਪ ਰੰਗ ਤੋਂ ਰਹਿਤ ਹੈ। ਨਿਰੰਕਾਰ ਮੀਨਸ ਸ਼ਕਲ ਸੂਰਤ ਤੇ ਰੂਪ ਰੰਗ ਤੋਂ ਰਹਿਤ, ਨਿਰਾਕਾਰ ਸ਼ਕਲ ਸੂਰਤ ਤੋਂ ਰਹਿਤ। ਤੋ ਇਹ ਜਿਹੜੀਆਂ ਲਾਸਟ ਵਾਲੀਆਂ ਚਾਰ ਪੰਕਤੀਆਂ, ਵਾਰਿਆ ਨਾ ਜਾਵਾ ਏਕ ਕੁਦਰਤ ਕੌਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਜਿਹੜੀਆਂ ਚਾਰ ਪੰਕਤੀਆਂ ਹਨ, ਇਹ ਚਾਰ ਪੰਕਤੀਆਂ ਹੁਣ ਅਗਲੀਆਂ ਤਿੰਨ ਪੌੜੀਆਂ ਦੇ ਵਿੱਚ ਵੀ ਹਰ ਪੌੜੀ ਦੇ ਲਾਸਟ ਤੇ ਰਿਪੀਟ ਹੋਣੀਆਂ। ਅਸੰਖ ਜਪ, ਫਿਰ ਅੱਗੇ ਪੌੜੀ ਆਊਗੀ ਅਸੰਖ ਮੂਰਖ, ਫਿਰ ਅੱਗੇ ਪੌੜੀ ਆਊਗੀ ਅਸੰਖ ਨਾਵੇ। ਤਿੰਨਾਂ ਪੌੜੀਆਂ ਦੇ ਵਿੱਚ ਇਹ ਚਾਰ ਪੰਕਤੀਆਂ ਵਾਰ-ਵਾਰ ਰਿਪੀਟ ਹੋਣੀਆਂ। ਸੋ ਇਹਨਾਂ ਚਾਰੇ ਪੰਕਤੀਆਂ ਦਾ, ਜਿਹੜੀਆਂ ਚਾਰੇ ਪੰਕਤੀਆਂ ਹੁਣ ਆਪਾਂ ਪੜ੍ਹੀਆਂ ਹਨ, ਕੁਦਰਤ ਕੌਣ ਕਹਾ ਵਿਚਾਰ ਇੱਕ, ਵਾਰਿਆ ਨਾ ਜਾਵਾ ਏਕ ਵਾਰ ਦੋ, ਜੋ ਤੁਧ ਭਾਵੈ ਸਾਈ ਭਲੀਕਾਰ ਤਿੰਨ, ਤੂੰ ਸਦਾ ਸਲਾਮਤ ਨਿਰੰਕਾਰ ਚਾਰ। ਇਹ ਚਾਰ ਪੰਕਤੀਆਂ ਦੇ ਸਮੂਹਕ ਅਰਥ ਇਸ ਪ੍ਰਕਾਰ ਹਨ ਕਿ ਮੇਰੀ ਕੀ ਤਾਕਤ ਹੈ ਕਿ ਕਰਤਾਰ ਤੇਰੇ ਗੁਣਾਂ ਦੀ ਗੂੜੀ ਵਿਚਾਰ ਕਰ ਸਕਾਂ। ਮਤਲਬ ਕੁਦਰਤ ਕੌਣ ਕਹਾ ਵਿਚਾਰ, ਪਹਿਲੀ ਪੰਕਤੀ ਦਾ ਅਰਥ ਹੈ ਕਿ ਮੇਰੀ ਕੀ ਤਾਕਤ ਹੈ ਕਿ ਇਹ ਕਰਤਾਰ ਮੈਂ ਤੇਰੇ ਗੁਣਾਂ ਦੀ ਗੂੜੀ ਵਿਚਾਰ ਕਰ ਸਕਾਂ। ਤੇ ਦੂਜੀ ਪੰਕਤੀ ਹੈ ਵਾਰਿਆ ਨਾ ਜਾਵਾ ਏਕ ਵਾਰ। ਦੂਜੀ ਪੰਕਤੀ ਦਾ ਅਰਥ ਹੈ ਕਰਤਾਰ ਮੈਂ ਤਾਂ ਤੇਰੇ ਉੱਤੋਂ ਇੱਕ ਵਾਰੀ ਵੀ ਸਦਕੇ ਹੋਣ ਜੋਗਾ ਨਹੀਂ ਹਾਂ,
ਜੋ ਤੁਧ ਭਾਵੈ ਸਾਈ ਭਲੀ ਕਾਰ ਤੀਜੀ ਪੰਗਤੀ, ਜਿਸ ਦਾ ਅਰਥ ਹੈ ਜੋ ਤੈਨੂੰ ਚੰਗਾ ਲੱਗਦਾ ਉਹੀ ਕੰਮ ਭਲਾ ਹੈ, ਤੇਰੀ ਰਜਾ ਵਿੱਚ ਰਹਿਣਾ ਹੀ ਠੀਕ ਹੈ। ਚੌਥੀ ਪੰਗਤੀ ਤੂੰ ਸਦਾ ਸਲਾਮਤ ਨਿਰੰਕਾਰ, ਜਿਸ ਦਾ ਅਰਥ ਹੈ ਹੇ ਨਿਰੰਕਾਰ ਤੂੰ ਸਦਾ ਅਟਲ ਰਹਿਣ ਵਾਲਾ ਹੈ, ਤੇਰੀ ਹੋਂਦ ਹਮੇਸ਼ਾ ਕਾਇਮ ਹੈ। ਇਸ ਤਰ੍ਹਾਂ ਦੇ ਨਾਲ ਹੁਣ ਆਪਾਂ 16 ਪੌੜੀਆਂ, ਅੱਜ ਆਪਾਂ 16ਵੀਂ ਪੌੜੀ ਦਾ ਉਚਾਰਨ, ਵਿਸ਼ਰਾਮ, ਅਰਥ ਸਰਵਣ ਕੀਤੇ ਆ। ਇਸ ਤੋਂ ਅੱਗੇ ਆਪਾਂ 17ਵੀਂ ਪੌੜੀ ਅਗਲੇ ਪਾਰਟ ਦੇ ਵਿੱਚ ਸਰਵਣ ਕਰਾਂਗੇ। ਸੋ ਹੁਣ ਤੱਕ ਆਪਾਂ 16 ਪੌੜੀਆਂ ਦੇ ਅਰਥ ਉਚਾਰਨ ਤੇ ਵਿਸ਼ਰਾਮ ਸਰਵਣ ਕੀਤੇ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।